ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਅੱਜ ਦਾ ਇਹ ਜੋ ਪ੍ਰੋਗਰਾਮ ਹੈ ਖਾਸ ਤੌਰ ਤੇ ਇਸ 2021 ਵਰੇ ਦਾ ਪਹਿਲਾ ਪ੍ਰੋਗਰਾਮ ਹੈ। ਸਭ ਤੋਂ ਪਹਿਲਾਂ ਖੁਸ਼ਾਮਦੀਦ ਆਪ ਸਾਰਿਆਂ ਨੂੰ ਜਿੰਨੇ ਦੂਰ ਦਰਾਡੇ ਦਰਸ਼ਕ ਜੁੜੇ ਹੋਏ ਹੋ। ਇਸ ਦੇ ਨਾਲ ਹੀ ਇਹ ਜੋ ਵਰਾ ਹੈ ਇਹ ਚੰਗਾ ਖੁਸ਼ੀਆਂ ਭਰਿਆ ਹੋਵੇ, ਬਿਹਤਰੀਨ ਕਾਮਨਾ ਜਿਹੜੀ ਹੈ ਕਰਦੇ ਹਾਂ। ਜੋ ਇਸ ਵਰੇ ਦਾ ਇਹ ਪਹਿਲਾ ਪ੍ਰੋਗਰਾਮ ਹੈ ਇਸ ਦੇ ਵਿੱਚ ਖਾਸ ਤੌਰ ਤੇ ਮਹਾਨ ਗਦਰੀ ਯੋਧੇ ਗਦਰ ਪਾਰਟੀ ਦੇ ਮੋਢੀ ਸੰਸਥਾਪਕ ਪ੍ਰਧਾਨ ਬਾਬਾ ਸੋਹਣ ਸਿੰਘ ਪਕਨਾ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਜਨਮ ਅੱਜ ਮਨਾਇਆ ਜਾ ਰਿਹਾ ਹੈ ਅਤੇ ਉਹਨਾਂ ਤੋਂ ਕੀ ਸੇਧ ਮਿਲ ਸਕਦੀ ਹੈ। ਕਿਰਸਾਨੀ ਲਹਿਰ ਨਾਲ ਜੁੜੇ ਮੁੱਦੇ ਉਹਨਾਂ ਦੇ ਮੁੱਖ ਧਾਰਾ ਦੇ ਮੁੱਦੇ ਸਨ। ਗਦਰ ਲਹਿਰ ਨੇ ਕਿਸ ਤਰ੍ਹਾਂ ਦੇ ਦੇਸ਼ ਦੀ ਕਾਮਨਾ ਕੀਤੀ ਸੀ ਉਹ ਵੀ ਇਸ ਦਾ ਸੰਕਲਪ ਹੋਏਗਾ। ਇਸ ਦੇ ਨਾਲ ਹੀ ਕਿਉਂਕਿ ਕਿਰਸਾਨੀ ਮੁੱਦਿਆਂ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਗਾਤਾਰ ਜੋ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਬੋਲਣ, ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ, ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਇਸ ਵੇਲੇ ਵੱਖ-ਵੱਖ ਤਰ੍ਹਾਂ ਦੇ ਬਿਆਨਬਾਜ਼ੀ ਚੱਲ ਰਹੀ ਹੈ ਅਤੇ ਇਸ ਨੂੰ ਵੋਟਾਂ ਦੀ ਰਾਜਨੀਤੀ ਕਰਾਰ ਦਿੱਤਾ ਜਾ ਰਿਹਾ। ਕਿੰਨਾ ਕੁ ਉਚਿਤ ਹੈ ਇਹ ਕਹਿਣਾ। ਇੱਥੇ ਹੀ ਨਹੀਂ ਬਸ ਕਿ ਜੋ ਮੌਜੂਦਾ ਹਾਲਾਤ ਨੇ ਭਾਰਤ ਦੇ ਵਿੱਚ ਅਤੇ ਜੋ ਇੱਕ ਪਾਸੇ ਬਾਬਾ ਸੋਹਣ ਸਿੰਘ ਪਕਨਾ ਅਤੇ ਗਦਰੀ ਬਾਬਿਆਂ ਦੇ ਸੁਪਨੇ ਦਾ ਦੇਸ਼ ਜਾਂ ਹਕੂਮਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਅਤੇ ਮੌਜੂਦਾ ਸਮੇਂ ਜੋ ਕੁਝ ਹੋ ਰਿਹਾ ਹੈ, ਕਿਸ ਮੋੜ 'ਤੇ ਅਸੀਂ ਖੜ੍ਹੇ ਹਾਂ, ਕਿਵੇਂ ਖੁਦਕੁਸ਼ੀਆਂ ਹੋ ਰਹੀਆਂ ਨੇ। ਇਹ ਨਾਜ਼ੁਕ ਦੌਰ ਹੈ ਅਤੇ ਇਹ ਦੁਖਦਾਈ ਵੀ ਹੈ ਕਿਉਂਕਿ ਨਵੇਂ ਸਾਲ ਦੇ ਮੌਕੇ 'ਤੇ ਇਸ ਦੀ ਗੱਲ ਕਰਨੀ ਮਨ ਦੀ ਵੇਦਨਾ ਨੂੰ ਪ੍ਰਗਟ ਕਰਨਾ ਵੀ ਹੈ। ਇਸੇ ਵੇਦਨਾ 'ਚ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਨੀਲਾ ਪਹਿਰਾਵਾ ਖਾਸ ਤੌਰ 'ਤੇ ਦਸਤਾਰ ਸਜਾ ਕੇ ਪਹੁੰਚਣ ਦਾ ਇੱਕ ਮਕਸਦ ਇਹ ਵੀ ਹੈ ਕਿ ਕੈਲਗਰੀ ਦੇ ਇੱਕ ਪੁਲਿਸ ਆਫਿਸਰ ਨੌਜਵਾਨ ਐਂਡਰੂ ਹਾਰਨੈਟ ਜਿਹੜੇ ਕਿ ਇੱਕ ਟ੍ਰੈਫਿਕ ਅਧਿਕਾਰੀ ਸਨ, ਉਹ ਦਸੰਬਰ 31 ਦੀ ਰਾਤ ਨੂੰ ਬੇਕਾਬੂ ਇੱਕ ਗੱਡੀ ਦੇ ਉਹਨਾਂ ਨਾਲ ਟਕਰਾਉਣ ਕਾਰਨ ਚੱਲ ਵਸੇ। ਉਹਨਾਂ ਦੀ ਸੁਪਤਨੀ ਜੋ ਗਰਭਵਤੀ ਹੈ, ਦੁਖਾਂਤ ਇਸ ਵੇਲੇ ਉਸ ਪਰਿਵਾਰ ਦਾ ਹੈ। ਸੋ ਅੱਜ 4 ਤਾਰੀਖ ਨੂੰ ਸਾਰੇ ਹੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਵੀ ਲੋਕ ਨੇ ਉਹ ਨੀਲੇ ਉਸ ਰੰਗ ਨੂੰ ਸਮਰਪਿਤ ਹੋ ਕੇ ਜਿਹੜਾ ਇੱਕ ਟ੍ਰਿਬਿਊਟ ਸ਼ਰਧਾਂਜਲੀ ਵਜੋਂ ਹੈ ਉਸ ਨੂੰ ਪੇਸ਼ ਕਰਦੇ ਹੋਏ ਯਾਦ ਕਰ ਰਹੇ ਹਾਂ। ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਵੀ ਸ਼ਰੀਕ ਹਾਂ। ਇਹੋ ਜਿਹੇ ਅਫਸਰ ਜਿਹੜੇ ਡਿਊਟੀ 'ਤੇ ਨੇ ਉਹਨਾਂ ਦੀ ਜੇ ਘਾਲਣਾ ਹੈ ਉਸ ਦਾ ਸਤਿਕਾਰ ਹੈ। ਇਹ ਕੈਨੇਡਾ ਦੀ ਖੂਬਸੂਰਤੀ ਵੀ ਹੈ ਅਤੇ ਇੱਥੇ ਇਹ ਸੰਵੇਦਨਸ਼ੀਲਤਾ ਵੀ ਹੈ। ਅਤੇ ਨਾਲ ਹੀ ਇਹ ਵੀ ਗੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਟ੍ਰੈਫਿਕ ਅਧਿਕਾਰੀ ਕੋਈ ਵੀ ਉਸ ਵੇਲੇ ਮੌਜੂਦ ਹੈ, ਪਹਿਲੀ ਗੱਲ ਤਾਂ ਆਪਣੇ ਆਪ 'ਤੇ ਕਾਬੂ ਰੱਖੋ ਕਿਉਂਕਿ ਇਹ ਜਿਹੜਾ ਭਿਆਨਕ ਹਾਦਸਾ ਹੋਇਆ ਇਹ ਦੱਸਿਆ ਜਾਂਦਾ ਹੈ ਕਿ ਗੱਡੀ ਕਾਫੀ ਦੂਰ ਤੱਕ ਘੜੀਸਦੀ ਲੈ ਗਈ ਉਹਨਾਂ ਨੂੰ। ਸੋ ਇਹ ਦਰਦਨਾਕ ਹਾਦਸਾ ਜਿਹੜਾ ਹੈ ਇੱਕ ਅਫਸਰ ਨਾਲ ਵਾਪਰਿਆ ਜਿਸ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਪ੍ਰੋਗਰਾਮ ਦੇ ਆਰੰਭ ਦੇ ਵਿੱਚ ਜਾਣਕਾਰੀ ਤੋਂ ਬਾਅਦ ਸਾਡੇ ਪ੍ਰੋਗਰਾਮ ਦੇ ਜੋ ਮਹਿਮਾਨ ਨੇ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ, ਮੇਰੀ ਮੁਰਾਦ ਹੈ ਗੁਰਪ੍ਰੀਤ ਸਿੰਘ ਜੀ ਤੋਂ ਹਾਜ਼ਰ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ। ਧੰਨਵਾਦ, ਤੁਹਾਡੇ ਦਰਸ਼ਕਾਂ ਨੂੰ ਸ਼ੁਕਰੀਆ ਜੀ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਜਿਹੜੇ ਉਸ ਕੈਨੇਡੀਅਨ ਆਫਿਸਰ ਦੀ ਜਿਹੜਾ ਟ੍ਰੈਫਿਕ ਅਧਿਕਾਰੀ ਸੀ ਐਂਡਰੂ ਹਾਰਨੈਟ, ਉਹਨਾਂ ਦੀ ਕਰਦੇ ਹਾਂ। ਇਹ ਬੜਾ ਦੁਖਦਾਈ ਹਾਦਸਾ ਉਹਨਾਂ ਨਾਲ ਵਾਪਰਿਆ ਅਤੇ ਅਫਸੋਸਨਾਕ ਹੈ। ਅੱਜ ਜਦੋਂ ਆਪਣੇ ਅਫਸਰ ਆਪਣੇ ਕੰਮਾਂ ਕਾਰਾਂ 'ਤੇ ਪੂਰੀ ਤਰ੍ਹਾਂ ਸਮਰਪਿਤ ਨੇ, ਉਹਨਾਂ ਦੇ ਵਾਸਤੇ ਇੱਕ ਸਾਨੂੰ ਮੋਟੀਵੇਸ਼ਨ ਜਿਹੜੀ ਹੈ ਉਹ ਜ਼ਰੂਰੀ ਚਾਹੀਦੀ ਹੈ। ਬਹੁਤ ਮਾੜੀ ਗੱਲ ਹੋਈ ਹੈ ਕਿ ਇੱਕ ਨੌਜਵਾਨ ਅਫਸਰ ਦੀ ਇਸ ਤਰ੍ਹਾਂ ਮੌਤ ਹੋਈ ਜੀ। ਦੇਖੋ, ਅਸੀਂ ਮਨੁੱਖੀਕਰਨ ਦੀ ਹਮੇਸ਼ਾ ਗੱਲ ਕਰਦੇ ਹਾਂ ਜੀ। ਜਦੋਂ ਪੁਲਿਸ ਵਾਲੇ ਵਧੀਕੀ ਕਰਦੇ ਨੇ ਹਮੇਸ਼ਾ ਅਸੀਂ ਉਸ 'ਤੇ ਕਿੰਤੂ ਕਰਦੇ ਹਾਂ। ਬਿਲਕੁਲ। ਨਾਲ ਦੀ ਨਾਲ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਕਿ ਜਿਹੜੇ ਕਈ ਵਾਰੀ ਡਿਊਟੀਆਂ 'ਤੇ ਇਸ ਤਰ੍ਹਾਂ ਜਾਨਾਂ ਗਵਾ ਲੈਣ ਜੀ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਹੁਣ ਉਸ ਅਫਸਰ ਦੀ ਜਿਹੜੀ ਬੀਵੀ ਉਹ ਗਰਭਵਤੀ ਹੈ, ਪਹਿਲੇ ਬੱਚੇ ਦੀ ਉਡੀਕ ਕਰ ਰਿਹਾ ਸੀ ਟੱਬਰ। ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਜਦੋਂ ਸਾਰੇ ਪਾਰਟੀ ਸ਼ਾਰਟੀ ਕਰਦੇ ਹੁਣ ਉਸ ਵੇਲੇ ਅਫਸਰ ਡਿਊਟੀ ਦੇ ਰਿਹਾ ਅਤੇ ਉਹਦੇ ਘਰ 'ਚ ਇੱਦਾਂ ਮਾਤਮ ਛਾ ਜਾਵੇ, ਇਹ ਬਹੁਤ ਜ਼ਿਆਦਾ ਦੁਖਦਾਈ ਹੈ। ਸੋ ਮੈਂ ਤੁਹਾਨੂੰ ਵੀ ਵਧਾਈ ਦੇਣਾ ਇਸ ਗੱਲ ਦੀ ਕਿ ਤੁਸੀਂ ਨੀਲੀ ਦਸਤਾਰ ਸਜਾਈ ਅੱਜ, ਆਪਣੇ ਆਪ ਨੂੰ ਆਪਣੇ ਵੱਲੋਂ ਮੈਸੇਜ ਦੇਣ ਵਾਸਤੇ ਤੁਸੀਂ ਉਸ ਮੁਹਿੰਮ ਦਾ ਹਿੱਸਾ ਬਣੇ ਹੋ। ਇਹ ਤੁਹਾਡੀ ਇੱਕ ਚੰਗੀ ਸੋਚ ਨਹੀਂ ਸੀ। ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਜਦੋਂ ਅਸੀਂ ਇਹਨਾਂ ਦਿਨਾਂ 'ਚ ਦੇਖਦੇ ਹਾਂ ਸਾਡਾ ਧਿਆਨ ਥੋੜ੍ਹਾ ਦਿੱਲੀ ਵੱਲ ਵੀ ਜਾਂਦਾ ਹੈ। ਹਾਲਾਂਕਿ ਅਸੀਂ ਕਿਰਸਾਨੀ ਮੁੱਦਿਆਂ 'ਤੇ ਗੱਲਬਾਤ ਅੱਗੇ ਕਰਨੀ ਹੈ ਅਤੇ ਉਸ ਸਮੇਂ ਜਦੋਂ ਨਵੇਂ ਵਰ੍ਹੇ 'ਤੇ ਇਸ ਵੇਲੇ ਜੋ ਹਾਲਾਤ ਨੇ, ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਜਾਂ ਮੀਂਹ ਇੰਨੀ ਬਾਰਿਸ਼ ਪਈ ਹੈ, ਜਿਹੜੇ ਲੋਕ ਕਹਿੰਦੇ ਆ ਕਿ ਕਿਸਾਨ ਤਾਂ ਪਿਕਨਿਕ ਮਨਾਉਣ ਗਏ ਹੋਏ ਆ। ਮੈਨੂੰ ਲੱਗਦਾ ਕਿ ਆਹ ਜਿਹੜੇ ਹਾਲਾਤ ਹੈ ਜੋ ਦੇਖ ਰਹੇ ਹਾਂ ਅਸੀਂ, ਉਹਨਾਂ ਨੂੰ ਦੇਖ ਕੇ ਹਰ ਹਿਰਦੇ ਨੂੰ ਜਿਹੜੀ ਚੋਟ ਵੱਜਦੀ ਹੈ ਕਿ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਸ ਵੇਲੇ ਆਪਣੇ ਹੀ ਦੇਸ਼ ਦੇ ਵਸਨੀਕ ਆਪਣੀ ਹੀ ਸਰਕਾਰ ਤੋਂ ਆਪਣੇ ਹੱਕ ਮੰਗਣ ਦੇ ਵਾਸਤੇ ਇਸ ਤਰੀਕੇ ਨਾਲ ਜੂਝ ਰਹੇ ਨੇ। ਅਤੇ ਹੁਣ ਤੱਕ ਘੱਟੋ ਘੱਟ 55 ਤੋਂ 60 ਤੱਕ ਜਿਹੜੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਦੌਰ ਦੇ ਵਿੱਚ ਗੁਜ਼ਰ ਚੁੱਕੇ ਨੇ, ਜਾਨਾਂ ਜਾ ਚੁੱਕੀਆਂ ਨੇ। ਉਹਨਾਂ ਜਾਨਾਂ ਨੂੰ ਵੀ ਅਸੀਂ ਅੱਜ ਜ਼ਰੂਰ ਸ਼ਰਧਾਂਜਲੀ ਭੇਟ ਕਰੀਏ। ਬਿਲਕੁਲ ਸ਼ਰਧਾਂਜਲੀ ਭੇਟ ਕਰਨੀ ਬਣਦੀ ਹੈ। ਵੈਸੇ ਸਾਡਾ ਜਿਹੜਾ ਗਰੁੱਪ ਹੈ ਛੋਟਾ ਜਿਹਾ IUPI, ਉਸ ਵੱਲੋਂ ਅਸੀਂ ਵੀ ਆਉਂਦੇ ਐਤਵਾਰ ਨੂੰ
ਛੋਟੀ ਜਿਹੀ ਇਕੱਤਰਤਾ ਰੱਖ ਕੇ ਮੋਮਬੱਤੀਆਂ ਬਾਲ ਕੇ ਉਹਨਾਂ ਕਿਸਾਨਾਂ ਨੂੰ ਯਾਦ ਕਰਾਂਗੇ ਜੀ, ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ। ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ, ਜੀ ਅਸੀਂ ਆਪਣੇ ਤੱਕ ਸੀਮਿਤ ਰੱਖਣਾ ਚਾਹੁੰਦੇ ਹਾਂ ਜੀ। ਕੋਵਿਡ-19 ਦੀਆਂ ਸ਼ਰਤਾਂ ਕਰਕੇ ਤੁਸੀਂ ਬਹੁਤ ਵੱਡੇ ਇਕੱਠ ਤਾਂ ਕਰ ਨਹੀਂ ਸਕਦੇ। ਜੀ ਜੀ ਜੀ। ਸੋ ਜਿਵੇਂ ਕੇਸ ਵੀ ਵੱਧ ਰਹੇ ਨੇ, ਸਾਨੂੰ ਜ਼ਿੰਮੇਵਾਰੀ ਨਾਲ ਵੀ ਚੱਲਣਾ ਪਊਗਾ। ਹਾਂਜੀ ਹਾਂਜੀ ਸੋ ਇਹ ਬਹੁਤ ਦੁਖਦਾਈ ਹੈ ਕਿ ਅੰਨਦਾਤਾ ਜਿਹੜਾ ਉਸ ਦੇ ਨਾਲ ਆਹ ਕੁਝ ਹੋ ਰਿਹਾ ਜੀ ਉਸ ਮੁਲਕ ਵਿੱਚ ਜਿਸ ਦੀ ਆਰਥਿਕਤਾ ਦਾ ਵੱਡਾ ਹਿੱਸਾ ਖੇਤੀਬਾੜੀ ਤੇ ਆਧਾਰਿਤ ਆ, ਜੀ ਜਿਸ ਦਾ ਵੱਡਾ ਹਿੱਸਾ ਪਿੰਡਾਂ 'ਚ ਵਸਦਾ, ਉੱਥੇ ਅੱਜ ਕਿਸਾਨ ਰੁਲ ਰਹੇ ਸੜਕਾਂ ਦੇ ਉੱਤੇ ਆਪਣੇ ਹੱਕਾਂ ਨੂੰ ਲੈ ਕੇ। ਔਰ ਸ਼ਰਮ ਆਉਂਦੀ ਸੋਚ ਕੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਟਿਚਰਾਂ ਕਰਦੇ ਨੇ ਕਿ ਪਿਕਨਿਕ ਤੇ ਨਿਕਲੇ ਹੋਏ ਆ, ਜੀ ਉਹਨਾਂ ਦੀ ਸੰਵੇਦਨਾ ਮਰੀ ਹੋਈ ਹੈ, ਨਫ਼ਰਤ ਦੀ ਸਿਆਸਤ ਕਰਨ ਵਾਲੇ ਲੋਕ ਨੇ, ਉਹਨਾਂ ਤੋਂ ਹੋਰ ਅਸੀਂ ਆਸ ਵੀ ਕੀ ਕਰ ਸਕਦੇ। ਸੋ ਬਹੁਤ ਦੁਖਦਾਈ ਹੈ। ਇੱਕ ਗੱਲ ਗੁਰਪ੍ਰੀਤ ਸਿੰਘ, ਜਿਹੜੇ ਬਾਬਾ ਸੋਹਣ ਸਿੰਘ ਪਕਨਾ ਜਿਨ੍ਹਾਂ ਦੇ ਬਾਰੇ ਅਸੀਂ ਵਿਸ਼ੇਸ਼ ਵੀ ਗੱਲ ਕਰਨੀ ਹੈ, ਉਹਨਾਂ ਦਾ ਜਿਹੜਾ ਜੀਵਨ ਜਾਂ ਉਹਨਾਂ ਦਾ ਸੰਘਰਸ਼ ਜਾਂ ਗਦਰ ਪਾਰਟੀ ਜਿਹੜੀ ਹੈ ਉਹ ਇਸੇ ਮੁੱਦੇ ਨੂੰ ਸਮਰਪਿਤ ਸੀ ਕਿ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ। ਜਦੋਂ ਦੇਸ਼ ਆਜ਼ਾਦ ਹੋਵੇ, ਅੰਗਰੇਜ਼ਾਂ ਤੋਂ ਮੁਕਤ ਹੋਵੇ, ਉਸ ਦੇ ਵਿੱਚ ਸਿਰਫ ਸੱਤਾ ਪਰਿਵਰਤਨ ਨਾ ਹੋਵੇ, ਉਸ ਦੇ ਵਿੱਚ ਉਹ ਕਾਇਦੇ ਕਾਨੂੰਨ ਹੋਣ ਜਿਹੜੇ ਲੋਕਾਂ ਲਈ ਇਨਸਾਫ ਹੋਣ। ਹੁਣ ਕਾਇਦੇ ਕਾਨੂੰਨ ਕੀ ਆ ਰਹੇ ਨੇ? ਇਹ ਕਾਨੂੰਨ ਹੀ ਨੇ ਜਿਹੜੇ ਕਾਲੇ ਕਾਨੂੰਨ ਨੇ, ਜਿਨ੍ਹਾਂ ਖਿਲਾਫ ਅੱਜ ਇਹ ਕਿਸਾਨ ਲੜ ਰਹੇ ਨੇ ਜਾਂ ਬਜ਼ੁਰਗ ਜਿਹੜੇ ਗੁਜ਼ਰ ਰਹੇ ਨੇ, ਨੌਜਵਾਨ ਹਾਦਸਿਆਂ 'ਚ ਮਰ ਰਹੇ ਨੇ। ਇਹ ਸਾਰੇ ਕਾਨੂੰਨ ਹੀ ਨੇ, ਕਾਇਦੇ ਕਾਨੂੰਨਾਂ ਦੇ ਖਿਲਾਫ ਲੋਕ ਲੜ ਰਹੇ ਨੇ। ਹੁਣ ਜਦੋਂ ਅਸੀਂ ਬਾਬਾ ਸੋਹਣ ਸਿੰਘ ਪਕਨਾ ਉਹਨਾਂ ਦੀਆਂ ਤਸਵੀਰਾਂ ਵੀ ਦੇਖਦੇ ਹਾਂ, ਜੇ ਹੁਣ ਇਸ ਵੇਲੇ ਜਦੋਂ ਗੱਲ ਚੱਲਦੀ ਹੈ, ਜਦੋਂ ਸਕਰੀਨ 'ਤੇ ਨਾਲੋਂ ਨਾਲ ਇਹ ਤਸਵੀਰਾਂ ਚੱਲਦੀਆਂ ਨੇ, ਉਹਨਾਂ ਤਸਵੀਰਾਂ 'ਚ ਉਹਨਾਂ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ, ਉਹਨਾਂ ਦੇ ਸਰੀਰ 'ਤੇ ਪਿਆ ਕੁੱਬ ਵੀ ਨਜ਼ਰ ਆਉਂਦਾ ਹੈ। ਅਤੇ ਇਹ ਕੁੱਬ ਦੀ ਵੀ ਇੱਕ ਵੱਖਰੀ ਦਾਸਤਾਨ ਹੈ, ਤੁਸੀਂ ਵਿਸਥਾਰ 'ਚ ਜ਼ਰੂਰ ਦੱਸਣਾ। ਅਤੇ ਉਹਨਾਂ ਯੋਧਿਆਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ, ਇਹ ਉਹਨਾਂ 'ਚੋਂ ਇੱਕ ਸਨ, ਅਨੇਕਾਂ ਹੋਰ ਸਨ। ਸੋ ਜਦੋਂ ਅਸੀਂ ਇਹਨਾਂ ਦੇ ਜੀਵਨ ਦੀ ਅੱਜ ਦੇ ਦਿਨ 'ਤੇ ਗੱਲਬਾਤ ਕਰਦੇ ਹਾਂ ਅਤੇ ਨਾਲ ਪ੍ਰੇਰਨਾ ਦੇ ਰੂਪ ਦੇ ਵਿੱਚ ਵਿਚਾਰ ਸਾਂਝੇ ਕਰਦੇ ਹਾਂ, ਸੋ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਸੀ, ਜਿਹੜੇ ਭਕਨਾ ਸਾਹਿਬ ਗਦਰ ਪਾਰਟੀ ਦੇ ਆਗੂ ਸੀ। ਗਦਰ ਪਾਰਟੀ ਖਾਸ ਨਿਸ਼ਾਨਾ ਲੈ ਕੇ ਤੁਰੀ ਸੀ ਜੀ ਕਿ ਅਸੀਂ ਇੱਕ ਸੈਕੂਲਰ ਨਿਜ਼ਾਮ ਖੜਾ ਕਰਨਾ, ਜਿੱਥੇ ਬਰਾਬਰਤਾ ਹੋਏਗੀ, ਕਾਣੀ ਵੰਡ ਹੋਏਗੀ, ਨਾ ਬਰਾਬਰੀ ਖਤਮ ਕਰਾਂਗੇ ਅਸੀਂ, ਜੀ ਜ਼ਾਤ ਪਾਤ ਦੀ ਸਮੱਸਿਆ ਨਹੀਂ ਹੋਏਗੀ, ਅਮੀਰ ਗਰੀਬ ਦਾ ਪਾੜਾ ਨਹੀਂ ਹੋਏਗਾ। ਜੀ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਗੱਲਾਂ ਸੀਗੀਆਂ। ਨਾਲੇ ਸਾਰੇ ਧਾਰਮਿਕ ਜਿਹੜੇ ਵਿਚਾਰਾਂ ਵਾਲੇ ਲੋਕ ਨੇ ਉਹਨਾਂ ਨੂੰ ਆਜ਼ਾਦੀ ਹੋਵੇਗੀ। ਜੀ ਸੋ ਹੋਇਆ ਇੱਦਾਂ ਕਿ ਜਦੋਂ ਗਦਰ ਪਾਰਟੀ ਬਣੀ ਔਰ ਬਾਅਦ 'ਚ ਆਪਣੇ ਦੇਸ਼ ਲੈ ਕੇ ਅਗਾਂਹ ਤੁਰਦੀ ਰਹੀ, ਇੱਕ ਪੜਾਅ ਆਇਆ 47 ਵਿੱਚ, ਗੋਰੇ ਛੱਡ ਕੇ ਤੇ ਪੂਰੇ ਆ ਬੈਠੇ ਸੱਤਾ ਦੇ ਉੱਤੇ। ਉਹਦੀ ਭਵਿੱਖਬਾਣੀ ਵੀ ਇਹਨਾਂ ਨੇ ਪਹਿਲਾਂ ਹੀ ਕਰ ਲਈ ਸੀ ਕਿ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਹੋ ਸਕਦਾ। ਜੀ ਆਜ਼ਾਦੀ ਜਿਹੜੀ ਆਈ ਹੈ ਜਾਂ ਸੱਤਾ ਪਰਿਵਰਤਨ ਹੋਇਆ, ਉਸ ਤੋਂ ਬਾਅਦ ਵੀ ਇਹ ਬਾਬੇ ਟਿੱਕੇ ਨਹੀਂ ਬੈਠੇ। ਸੋਹਣ ਸਿੰਘ ਪਕਨਾ ਵੀ ਉਹਨਾਂ ਵਿੱਚ ਇੱਕ ਸੀਗੇ ਜਿਹੜੇ ਮੋਹਰੀ ਹੋ ਕੇ ਮਿਹਨਤ ਕਸ਼ਾਂ ਦੀ ਲੜਾਈ ਲਗਾਤਾਰ ਲੜਦੇ ਰਹੇ। ਜੀ ਔਰ ਨਤੀਜਾ ਇਹ ਹੋਇਆ ਕਿ ਆਜ਼ਾਦ ਦੇਸ਼ ਦੀ ਹਕੂਮਤ ਨੇ ਵੀ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ। ਉਹਨਾਂ ਨੂੰ ਇਸ ਗੱਲ ਦਾ ਗਿਲਾ ਸੀਗਾ ਕਿ ਜਿਹੜਾ ਮੇਰੀ ਕੁੱਬ ਪਿਆ ਪਿੱਛੇ, ਜਿਹਦੀ ਤਸਵੀਰ ਵਿਖਾਈ ਦਰਸ਼ਕਾਂ ਨੂੰ, ਜੀ ਕਿ ਇਹ ਕੁੱਬ ਮੈਨੂੰ ਮੇਰੀ ਮਿੱਤਰ ਸਰਕਾਰ ਨੇ ਦਿੱਤਾ, ਯਾਨੀ ਕਿ ਆਜ਼ਾਦ ਦੇਸ਼ ਦੀ ਸਰਕਾਰ ਨੇ। ਸੋ ਉਹ ਤਸਵੀਰ ਆਪਣੇ ਆਪ 'ਚ ਬਹੁਤ ਕੁਝ ਕਹਿੰਦੀ ਹੈ। ਉਹ ਤਸਵੀਰ ਦਸਤਾਵੇਜ਼ ਹੈ ਬੜਾ ਮਹੱਤਵਪੂਰਨ, ਜਿਹੜਾ ਦੱਸਦਾ ਹੈ ਕਿ 47 ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ ਔਰ ਲੜਾਈ ਨਿਰੰਤਰ ਜਾਰੀ ਰੱਖਣ ਦੀ ਅੱਜ ਵੀ ਲੋੜ ਹੈ। ਜੀ ਸੋ ਅੱਜ ਜਦੋਂ ਅਸੀਂ ਵੇਖ ਰਹੇ ਹਾਂ ਕਿਸਾਨੀ ਅੰਦੋਲਨ ਚੱਲ ਰਿਹਾ, ਉੱਥੇ ਹਿੰਦੂਤਵਾ ਦੇ ਨਾਂ 'ਤੇ ਫਾਸ਼ੀਵਾਦ ਚੱਲ ਰਿਹਾ, ਘੱਟ ਗਿਣਤੀਆਂ ਦੇ ਹੱਕਾਂ 'ਤੇ ਛਾਪੇ ਮਾਰੇ ਜਾ ਰਹੇ ਨੇ। ਗਦਰ ਪਾਰਟੀ ਦਾ ਉਹ ਗੌਰਵਮਈ ਇਤਿਹਾਸ ਅਜੇ ਇਹੀਆਂ ਪਰਿਸਥਿਤੀਆਂ ਵਿੱਚ ਹੋਰ ਵੀ ਜ਼ਿਆਦਾ ਪ੍ਰਸੰਗਤ ਹੋ ਗਿਆ। ਜੀ ਉਹਦੀ ਲੋੜ ਪਹਿਲੇ ਨਾਲੋਂ ਜ਼ਿਆਦਾ ਵੱਧ ਗਈ ਹੈ। ਸੋ ਭਕਨਾ ਸਾਹਿਬ ਨੇ ਆਜ਼ਾਦੀ ਤੋਂ ਬਾਅਦ ਵੀ ਲੜਾਈ ਜਾਰੀ ਰੱਖੀ, ਜੇਲ੍ਹ ਵੀ ਕੱਟੀ ਉਹਨਾਂ ਨੇ, ਕੁੱਬ ਵੀ ਪਿਆ। ਉਹ ਇਹ ਦੱਸਦਾ ਹੈ ਕਿ ਲੜਾਈ ਮੁੱਕੀ ਨਹੀਂ। ਜੇ ਉਹ ਅੱਜ ਵੀ ਸਾਡੇ ਵਿੱਚ ਹੁੰਦੇ ਤਾਂ ਅੱਜ ਵੀ ਉਹਨਾਂ ਨੇ ਉਹਨਾਂ ਬਾਬਿਆਂ ਨਾਲ ਜਾ ਕੇ ਬਹਿਣਾ ਸੀਗਾ ਜਿਹੜੇ ਦਿੱਲੀ ਵਿੱਚ ਇਸ ਵੇਲੇ ਬਾਰਡਰ 'ਤੇ ਬੈਠੇ ਹੋਏ। ਬਿਲਕੁਲ ਜੀ। ਸੋ ਅੱਜ ਜਿਹੜਾ ਠੰਡਾ ਬੁਰਜ ਹੈ ਉਹ ਦਿੱਲੀ ਦੇ ਬਰੂਆਂ 'ਤੇ ਜਾ ਪਹੁੰਚਿਆ। ਉਹਨਾਂ ਨੇ ਉੱਥੇ ਬਹਿਣਾ ਸੀ ਜਾ ਕੇ ਬਾਬਾ ਜੀ ਨੇ। ਗੱਲ ਬੜੀ ਉਹਨਾਂ ਦੀ ਕਮਾਲ ਦੀ ਸੀ ਕਿ ਉਹਨਾਂ ਨੇ ਮੇਰੀ ਰਾਮ ਕਹਾਣੀ ਦੇ ਵਿੱਚ ਵੈਸੇ ਆਪਣੀ ਜੀਵਨੀ ਜਿਹੜੀ ਲਿਖੀ ਹੈ, ਸਵੈ ਜੀਵਨੀ, ਉਸ ਤੋਂ ਵੱਡਾ ਦਸਤਾਵੇਜ਼ ਕੀ ਹੋ ਸਕਦਾ ਹੈ। ਅਤੇ ਭਕਨਾ ਪਿੰਡ ਦੇ ਵਿੱਚ ਜੰਪਲ ਅਤੇ ਬਾਅਦ ਦੇ ਵਿੱਚ ਜਦੋਂ ਅਮਰੀਕਾ ਆਏ, ਅਮਰੀਕਾ ਆ ਕੇ ਵੀ ਉਹਨਾਂ ਨੇ ਲਗਾਤਾਰ ਉਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਅਤੇ ਉਸ ਤੋਂ ਬਾਅਦ ਸੰਘਰਸ਼ ਤੋਰਿਆ। ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਪ੍ਰੇਰਨਾ ਦੀ, ਕਈ ਵਾਰ ਕਈ ਸੀਮਤ ਸੋਚ ਜਾਂ ਕਿ ਦਾਇਰਿਆਂ ਦੇ ਵਿੱਚ ਬੰਦ ਲੋਕ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਪਿੱਛੋਂ ਜਿਹੜੀ ਪ੍ਰੇਰਨਾ ਉਹਨਾਂ ਨੂੰ ਵਿਰਾਸਤ ਦੇ ਵਿੱਚੋਂ ਮਿਲੀ, ਜਿਵੇਂ ਆਪਣੇ ਇਤਿਹਾਸ ਦੇ ਪੰਨੇ ਨੇ ਉਹਨਾਂ ਪੰਨਿਆਂ ਤੋਂ ਮਿਲੀ, ਅਤੇ ਸਿੱਧਾ ਹੀ ਆ ਕੇ ਇੱਥੋਂ ਹੀ ਜਿਹੜਾ ਇਹ ਗੱਲਬਾਤ ਸ਼ੁਰੂ ਕਰਦੇ ਨੇ ਕਿ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਦੇ ਫੇਫੜਿਆਂ ਨੂੰ ਜਿਹੜਾ ਇਹ ਆਜ਼ਾਦੀ ਦਾ ਨਿੱਘ ਮਿਲਿਆ। ਇਹ ਗੱਲ ਨੂੰ ਆਰੰਭ ਤੋਂ ਲੈ ਕੇ ਅਸੀਂ ਉਹਨਾਂ ਦੇ ਮੋਢੀ ਜੀਵਨ ਤੋਂ ਲੈ ਕੇ ਜੇ ਸਫ਼ਰ ਭਕਨਾ ਸਾਹਿਬ ਦਾ ਸ਼ੁਰੂ ਕਰੀਏ ਤਾਂ ਕਿਸ ਤਰ੍ਹਾਂ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਆਪਣੀ ਵਿਰਾਸਤ ਅਤੇ ਆਪਣੇ ਇਤਿਹਾਸ, ਸਭ ਤੋਂ ਵੱਡੇ ਉਹਨਾਂ ਦੇ ਜੋ ਮੋਰਲ ਮਾਡਲ ਸਨ ਜਾਂ ਪ੍ਰੇਰਨਾ ਸਰੋਤ ਸਨ, ਉਹ ਕਿਹੜੇ ਸਨ? ਭਕਨਾ ਸਾਹਿਬ ਦੇ ਆਪਣੇ ਕਥਨ ਅਨੁਸਾਰ ਦੇਖੋ, ਪਹਿਲੀ ਗੱਲ ਹੈ ਕਿ ਜਦੋਂ ਨਾਮਧਾਰੀ ਲਹਿਰ ਚੱਲੀ ਉੱਥੇ, ਉਸ ਦੇ ਪ੍ਰਭਾਵ ਥੱਲੇ ਆਏ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਵਦੇਸ਼ੀ ਲਹਿਰ ਸ਼ੁਰੂ ਕੀਤੀ ਹੈ। ਹਾਂਜੀ। ਸੋ ਉੱਥੋਂ ਦੇਸ਼ ਭਗਤੀ ਦੀ ਉਹਨਾਂ ਨੂੰ ਗੁੜਤੀ ਮਿਲੀ ਹੈ। ਜੀ। ਪਰ ਜਿਹੜੀ ਸਭ ਤੋਂ ਵੱਡੀ ਗੱਲ ਉਹ ਆਪ ਕਹਿੰਦੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਸੀ। ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਉਸ ਤੋਂ ਵੀ ਪੁਰਾਣਾ, ਬਿਲਕੁਲ ਨਾਮਧਾਰੀ ਲਹਿਰ ਦੇ ਬਾਅਦ 'ਚ ਆਈ ਹੈ। ਜੀ। ਸੋ ਕਿਧਰੇ ਨਾ ਕਿਧਰੇ ਉਹਨਾਂ ਦੇ ਮਤਲਬ ਵਿਰਾਸਤ 'ਚ ਉਹਨਾਂ ਨੇ ਇਹਨਾਂ ਗੱਲਾਂ ਨੂੰ ਕਬੂਲਿਆ
ਜੀ ਚਾਹੇ ਉਹ ਸਿੱਖੀ ਦੀ ਵਿਰਾਸਤ ਸੀ, ਨਾਮਧਾਰੀ ਲਹਿਰ ਦੀ ਵਿਰਾਸਤ ਸੀ। ਬਿਲਕੁਲ ਫਿਰ ਪਗੜੀ ਸਮਾਜ ਜੱਟਾ ਲਹਿਰ ਦੇ ਨਾਲ ਵੀ ਉਹਨਾਂ ਦਾ ਸੰਬੰਧ ਸੀ। ਜੀ ਔਰ ਅੱਜ ਜਿਵੇਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਹਾਂ ਤੇ ਇਹ ਗੱਲ ਮੈਂਸ਼ਨ ਕਰਨੀ ਬਣਦੀ ਹੈ। ਸੋ ਜਦੋਂ ਬਾਬਾ ਜੀ ਇੱਥੇ ਆਏ ਤਾਂ ਇਹਨਾਂ ਸਾਰੀਆਂ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਆਏ ਸੀਗੇ। ਸੋ ਪਹਿਲਾਂ ਹੀ ਉਹਨਾਂ ਦਾ ਮਨ ਜਿਹੜਾ ਸੀਗਾ ਉਹ ਅਡੋਲ ਸੀਗਾ, ਉਹਨਾਂ ਨੂੰ ਪਤਾ ਸੀ ਨਿਸ਼ਾਨਾ ਕੀ ਹੈ। ਜੀ ਇੱਥੇ ਆਉਣ ਦਾ ਤਾਂ ਕਾਰਨ ਆਰਥਿਕ ਸੀ, ਹਾਂ ਜਿਹੜੇ ਮੈਂ ਕਿ ਆਰਥਿਕ ਕਾਰਨਾਂ ਕਰਕੇ ਕੋਈ ਵੀ ਕਿਧਰੇ ਵੀ ਜਾ ਸਕਦਾ ਬਿਲਕੁਲ ਰੋਜ਼ੀ ਰੋਟੀ ਕਮਾਉਣ ਦੀ ਖਾਤਰ, ਪਰ ਉਦੇਸ਼ ਨਹੀਂ ਸੀ ਉਹਨਾਂ ਨੂੰ ਭੁੱਲਿਆ ਹੋਇਆ। ਸੋ ਜਦੋਂ ਇੱਥੇ ਆਏ ਤਾਂ ਰਾਹ ਵਿੱਚ ਉਹਨਾਂ ਨੂੰ ਜਿਹੜੇ ਕੁਝ ਜ਼ਾਰਸ਼ਾਹੀ ਤੋਂ ਤੰਗ ਆ ਕੇ ਰੂਸੀ ਬਾਗੀ ਭਗੌੜੇ ਹੋਏ ਸੀ ਉਹ ਵੀ ਮਿਲੇ ਉਹਨਾਂ ਨੂੰ। ਜੀ ਉਹਨਾਂ ਦੇ ਵਿਚਾਰਾਂ ਦਾ ਵੀ ਉਹਨਾਂ 'ਤੇ ਅਸਰ ਪਿਆ। ਇੱਥੇ ਆਏ ਤੇ ਇੱਥੇ ਵੀ ਦੂਜੇ ਕੌਮੀਅਤਾਂ ਦੇ ਲੋਕ ਜਿਹੜੇ ਲੜਾਈਆਂ ਲੜ ਰਹੇ ਸੀ ਉਹਨਾਂ ਨਾਲ ਵੀ ਸੰਪਰਕ ਹੋਇਆ। ਸੋ ਕਰਦੇ ਕਰਦੇ ਉਹਨਾਂ ਦੇ ਵਿਚਾਰ ਵਿਕਸਿਤ ਹੁੰਦੇ ਗਏ। ਇੱਥੇ ਆ ਕੇ ਜਦੋਂ ਗਦਰ ਪਾਰਟੀ ਬਾਈ ਦੇ ਟਾਈਮ ਬਣੀ ਆ ਤਾਂ ਇਹ ਤੈਅ ਹੋ ਗਿਆ ਸੀ ਕਿ ਸਾਡਾ ਪ੍ਰੋਗਰਾਮ ਕੀ ਹੋਏਗਾ। ਉਹਨਾਂ ਨੂੰ ਨਿਸ਼ਾਨਾ ਕਲੀਅਰ ਸੀ। ਇਹਨਾਂ ਦੇ ਪ੍ਰੇਰਨਾ ਦੇ ਸਦਕਾ ਜਿਹੜੇ ਬਾਕੀ ਲੋਕ ਇਸ ਲਹਿਰ ਨਾਲ ਜੁੜੇ ਆ ਉਹਨਾਂ ਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਥੋੜਾ ਉਹਨਾਂ ਨੂੰ ਆਜ਼ਾਦੀ ਵਾਲੇ ਮਾਹੌਲ ਦੇ ਵਿੱਚ ਵੱਖਰਾ ਕੁਝ ਦੇਖਣ ਨੂੰ ਮਿਲਿਆ। ਹਾਂਜੀ ਤੇ ਉਸ ਦੇ ਕਰਕੇ ਉਹ ਇਸ ਲਹਿਰ ਵੱਲ ਆਕਰਸ਼ਿਤ ਹੋਏ। ਪਰ ਜੇ ਆਪਾਂ ਇਹ ਕਹੀਏ ਕਿ ਲਹਿਰ ਦੇ ਬਾਨੀ ਜਿਹੜੇ ਸੀਗੇ ਉਹ ਇੱਥੇ ਆ ਕੇ ਉਹਨਾਂ ਦੀਆਂ ਅੱਖਾਂ ਖੁੱਲੀਆਂ, ਇਹ ਆਪਣੇ ਆਪ ਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ ਨੇ। ਜੀ ਇਹ ਅਨਫੋਰਚੂਨੇਟਲੀ ਜਿਹੜਾ ਇਤਿਹਾਸ ਯੂਰਪੀ ਲੋਕਾਂ ਨੇ ਲਿਖਿਆ ਹਾਂ ਜਿਸ ਨਜ਼ਰੀਏ ਤੋਂ, ਜਿਹਦੇ ਵਿੱਚ ਨਸਲੀ ਉੱਚਤਾ ਜਾਂ ਉੱਤਮਤਾ ਦੀ ਗੱਲ ਕੀਤੀ ਗਈ ਹੈ ਸੁਚੇਤ ਜਾਂ ਅਚੇਤ ਮਨ ਨਾਲ, ਉਹਦਾ ਅਸਰ ਕਈਆਂ ਨੇ ਕਬੂਲ ਲਿਆ, ਬਿਲਕੁਲ ਜਿਹੜੀ ਕਿ ਬਹੁਤ ਵੱਡੀ ਜ਼ਿਆਦਤੀ ਹੈ। ਜੇ ਸਾਡੇ ਕੁਝ ਵਿਰਸੇ ਵਿੱਚ ਜਾਂ ਵਿਰਾਸਤ 'ਚ ਪਿਆ ਹੋਇਆ ਜਿਹਨੂੰ ਲੈ ਕੇ ਉੱਥੇ ਆਏ, ਈਵਨ ਕਰਤਾਰ ਸਿੰਘ ਸਰਾਭਾ ਵੀ ਪਗੜੀ ਸਮਾਜ ਜੱਟਾ ਲਹਿਰ ਦਾ ਉਹਨਾਂ ਦਾ ਵੀ ਅਸਰ ਸੀਗਾ। ਸੋ ਕਿਸ ਬੇਸਿਸ ਤੇ ਆਪਾਂ ਕਹਿ ਰਹੇ ਹਾਂ ਕਿ ਇੱਥੇ ਆ ਕੇ ਅੱਖਾਂ ਖੁੱਲੀਆਂ, ਇਹ ਗੱਲ ਹੀ ਬੜੀ ਮਤਲਬ ਨਿਕੰਮੀ ਜੀ ਗੱਲ ਆ ਬੜੀ। ਸੋ ਕੋਈ ਬਲੂੰਗੜੇ ਤੇ ਹੈ ਨਹੀਂ ਸੀ ਕਿ ਉਹਨਾਂ ਦੀਆਂ ਅੱਖਾਂ ਖੁੱਲੀਆਂ, ਅੱਖਾਂ ਤੇ ਪਹਿਲਾਂ ਹੀ ਖੁੱਲੀਆਂ ਸੀ ਉਹਨਾਂ ਦੀ, ਮਨ ਦੀਆਂ ਅੱਖਾਂ ਵੀ ਖੁੱਲੀਆਂ ਸੀ, ਦੂਜੀਆਂ ਵੀ ਖੁੱਲੀਆਂ ਸੀਗੀਆਂ। ਇੱਥੇ ਆ ਕੇ ਥੋੜਾ ਜਿਹਾ ਜਦੋਂ ਇੱਕ ਵੇਲ ਮਿਲ ਜਾਂਦਾ ਇੱਕ ਖਾਸ ਕਿਸਮ ਦਾ ਵੇਲ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਵੇਲਣ ਵਾਲੀ ਗੱਲ ਨਹੀਂ, ਕੰਮ ਤਾਂ ਤੁਸੀਂ ਕਰਦੇ ਹੋ, ਪਰ ਇੱਕ ਖਾਸ ਕਿਸਮ ਦੀ ਵੇਲ ਇਹ ਹੁੰਦੀ ਕਿ ਤੁਹਾਡੇ ਜਿਹੜੇ ਆਲੇ ਦੁਆਲੇ ਦੀਆਂ ਹੋਰ ਰੁਚੀਆਂ ਨੇ ਜੋ ਤੁਹਾਡੇ ਘਰ 'ਚ ਰਹਿ ਕੇ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ, ਜੀ ਕਿਸੇ ਨੂੰ ਮਿਲ ਲਿਆ ਕਿਸੇ ਨਾਲ ਬਹਿ ਲਿਆ, ਉਹ ਇੱਥੇ ਆ ਕੇ ਮੁੱਕ ਜਾਂਦੀਆਂ। ਸੋ ਜਿਹੜੀ ਉਹ ਵਾਲੀ ਵੇਲ ਹੈ ਉਹ ਤੁਸੀਂ ਵਰਤਦੇ ਹੋ ਵਿਚਾਰਾਂ ਦੇ ਉੱਤੇ, ਆਪਣਾ ਜਿਹੜਾ ਕਹਿੰਦਾ ਕੋਈ ਵਿਚਾਰਾਂ ਨਾਲ ਰੜਕਾ ਕਰਨ ਲਈ ਜਾਂ ਪੜ੍ਹਨ ਵਾਸਤੇ ਜਾਂ ਬਹਿ ਕੇ ਗੋਸ਼ਟੀਆਂ ਕਰਨ ਲਈ। ਉਹ ਜਿਹੜੀ ਵੇਲ ਆ ਉਹ ਇੱਕ ਬਹੁਤ ਕਮਾਲ ਦੀ ਚੀਜ਼ ਹੈ। ਉਹ ਤੁਹਾਨੂੰ ਸਿੱਖਣ ਲਈ ਸਮਝਣ ਲਈ ਬਹੁਤ ਗੁੰਜਾਇਸ਼ ਦਿੰਦੀ ਹੈ। ਸੋ ਮੈਂ ਸਮਝਦਾ ਉਹਨੇ ਜ਼ਰੂਰ ਅਸਰ ਪਾਇਆ, ਔਰ ਉਸ ਦੇ ਨਾਲ ਜਿਹੜੇ ਬਾਕੀ ਲੋਕ ਨਾਲ ਜੁੜੇ ਲਹਿਰ ਦੇ ਉਸ ਵੇਲ ਜਾਂ ਉਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਪਰ ਇਹ ਕਹਿਣਾ ਗਲਤ ਹੋਊਗਾ ਕਿ ਨਿਰਾ ਅਸੀਂ ਯੂਰਪੀ ਜਾਂ ਜਿਹੜੇ ਇੱਥੋਂ ਦੀ ਖੁੱਲੀ ਫਿਜ਼ਾ ਦੀ ਗੱਲ ਦੇ ਵਿੱਚ ਆ ਕੇ ਸਾਡੇ ਅੱਖਾਂ ਖੁੱਲ ਗਈਆਂ ਜਾਂ ਸਾਡੇ ਨਵੇਂ ਵਿਚਾਰ ਪੁੰਗਰ ਪਏ, ਇਹ ਗੱਲ ਮੇਰੇ ਖਿਆਲ ਜ਼ਿਆਦਤੀ ਹੈ ਮੇਰੇ ਹਿਸਾਬ ਨਾਲ। ਇੱਕ ਇਹਦੇ 'ਚ ਬੜਾ ਅਹਿਮ ਮੋੜ ਆਉਂਦਾ ਜਦੋਂ ਇਹੋ ਜਿਹਾ ਇਤਿਹਾਸ ਲਿਖਿਆ ਜਾਂਦਾ, ਜਿਹੜਾ ਤੁਸੀਂ ਐਨ ਵਿਸ਼ੇ ਨੂੰ ਗਿੱਚਿਓਂ ਫੜਿਆ, ਜਿਹਨੂੰ ਕਹਿ ਸਕਦੇ ਹਾਂ ਕਿ ਜਿਹੜਾ ਪੱਛਮੀ ਉੱਤਮਤਾ ਦੀ ਗੱਲ ਹੈ, ਇਸ ਦੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਤੋਂ ਪ੍ਰਭਾਵ ਲੈਣ ਵਾਲੇ ਇਤਿਹਾਸਕਾਰ ਜਾਂ ਫਿਰ ਇਤਿਹਾਸ ਨੂੰ ਕਿਸੇ ਖਾਸ ਦ੍ਰਿਸ਼ਟੀਕੋਣ ਤੋਂ ਮਿੱਥ ਕੇ ਲਿਖਣਾ। ਹੁਣ ਇਹ ਸਬੱਬ ਨਹੀਂ ਹੋ ਸਕਦਾ ਕਿ ਗਦਰ ਲਹਿਰ ਦੇ ਵਿੱਚ 90% ਤੋਂ ਉੱਪਰ ਜਿਹੜੇ ਸਨ ਪੰਜਾਬ ਦੇ ਸਨ ਅਤੇ ਉਹਨਾਂ 'ਚੋਂ ਜ਼ਿਆਦਾਤਰ ਸਿੱਖ ਪਿਛੋਕੜ ਵਾਲੇ ਸਨ। ਇਹ ਸਬੱਬ ਨਹੀਂ ਹੋ ਸਕਦਾ ਕਿ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸ਼ਹੀਦ ਹੋਣ ਵਾਲੇ ਕੁੱਲ ਮੁਲਕ ਦੇ ਜਿੰਨੇ ਸਨ ਉਹਨਾਂ 'ਚੋਂ ਵੱਡੀ ਤਾਦਾਦ ਦੇ ਵਿੱਚ ਆਪਣੀ ਫੀਸਦੀ ਦੇ ਮੁਤਾਬਕ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਪੰਜਾਬ ਦੇ ਸਨ। ਅਤੇ ਇਹ ਵੀ ਸਬੱਬ ਨਹੀਂ ਹੋ ਸਕਦਾ ਕਿ ਅੱਜ ਜਿਹੜੇ ਕਾਲੇ ਕਾਨੂੰਨ ਪੂਰੇ ਦੇਸ਼ ਲਈ ਬਣੇ ਨੇ ਇਹ ਪੰਜਾਬ ਦੀ ਧਰਤੀ ਵਾਲੇ ਅਗਵਾਈ ਕਰ ਰਹੇ ਨੇ। ਇਹ ਸਬੱਬ ਨਹੀਂ ਹੈ, ਇਹ ਵਿਰਾਸਤ ਹੈ। ਇਹ ਉਹ ਵਿਰਾਸਤ ਹੈ ਜਿਹੜੀ ਉਹਨਾਂ ਨੂੰ ਅਗਾਂਹ ਵਧਣ ਦੀ ਪ੍ਰੇਰਨਾ ਦਿੰਦੀ ਹੈ। ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪੂਰੇ ਵਿਸ਼ਵ ਪੱਧਰ 'ਤੇ ਮਨਾ ਰਹੇ ਹਾਂ, ਇਹ ਉਹੀ ਵਿਰਾਸਤ ਹੈ ਕਿ ਕਿਸੇ ਵਾਸਤੇ ਵੀ ਉੱਠ ਕੇ ਖੜਨਾ, ਹਰ ਕਿਸੇ ਲਈ ਸਰਬੱਤ ਦੇ ਭਲੇ ਲਈ ਆਪਣੀ ਸ਼ਹਾਦਤ ਤੱਕ ਦੇ ਦੇਣੀ। ਹੁਣ ਬਾਬਾ ਸੋਹਣ ਸਿੰਘ ਭਕਨਾ ਅਤੇ ਉਹਨਾਂ ਦੇ ਨਾਲ ਦੇ ਸਾਥੀ ਬੇਸ਼ੱਕ ਵੱਖ-ਵੱਖ ਹੋਰ ਧਰਮਾਂ ਰੰਗਾਂ ਨਸਲਾਂ ਦੇ ਵੀ ਆਏ, ਲੇਕਿਨ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਨ ਪੰਜਾਬ ਪਿਛੋਕੜ ਵਾਲੇ ਸਨ ਅਤੇ ਸਿੱਖ ਪਿਛੋਕੜ ਵਾਲੇ ਸਨ। 3 ਬਾਬੇ ਜਿਨ੍ਹਾਂ ਦੇ ਬਾਬਾ ਸੋਹਣ ਸਿੰਘ ਭਕਨਾ ਅਤੇ ਉਹਨਾਂ ਦੀ ਸਮੇਤ ਸਾਂਝ ਬਣਦੀ ਹੈ। ਇੱਕ ਬਾਬਾ ਸੋਹਣ ਸਿੰਘ ਭਕਨਾ, ਇੱਕ ਬਾਬਾ ਜਵਾਲਾ ਸਿੰਘ ਠੱਠੀਆਂ, ਇੱਕ ਬਾਬਾ ਵਿਸਾਖਾ ਸਿੰਘ ਦਦੇਹਰ। ਇਹ 3 ਬਾਬੇ ਐਸੇ ਗਿਣੇ ਜਾਂਦੇ ਨੇ ਜਿਨ੍ਹਾਂ ਦੀ ਆਪਸੀ ਸਾਂਝ ਸੀ, ਜਿਸ ਤੋਂ ਬਾਅਦ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੋਂਦ 'ਚ ਆਇਆ। ਉਹਨੂੰ ਸਥਾਪਿਤ ਕਰਨ ਵਾਲੇ ਵੀ ਇਹ, ਉਸ ਤੋਂ ਬਾਅਦ ਲਹਿਰ ਦਾ ਜਿਹੜਾ ਜਿੰਨਾ ਆਰਥਿਕ ਸਹਿਯੋਗ ਸੀ ਉਹ ਚੱਲਿਆ, ਅਤੇ ਇੱਥੋਂ ਜਾ ਕੇ ਵੀ ਇਹ ਵੱਖ-ਵੱਖ ਲਹਿਰਾਂ 'ਚ ਗਏ ਅਤੇ ਵੱਖ-ਵੱਖ ਰੂਪਾਂ ਦੇ ਵਿੱਚ ਯੋਗਦਾਨ ਪਾਉਂਦੇ ਰਹੇ। ਹੁਣ ਜਿਹੜੇ ਇਸ ਵਿਰਾਸਤ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਦੇ ਨੇ ਜਾਂ ਇਹਨੂੰ ਮਨਫੀ ਕਰ ਦਿੰਦੇ ਨੇ, ਮੈਨੂੰ ਲੱਗਦਾ ਬਹੁਤ ਵੱਡਾ ਅਨਿਆਂ ਕਰ ਰਹੇ ਨੇ। ਅਨਿਆਂ ਤੇ ਗੁਰਵਿੰਦਰ ਸਿੰਘ ਜੀ ਹੈ ਹੀ। ਜਦੋਂ ਹੁਣ ਜਾਂ ਤੇ ਭਗਨਾ ਸਾਹਿਬ ਨੇ ਗੱਲਾਂ ਨਾ ਕਹੀਆਂ ਹੋਣ, ਭਗਨਾ ਸਾਹਿਬ ਤਾਂ ਖੁਦ ਸਵੀਕਾਰਦੇ ਇਸ ਗੱਲ ਨੂੰ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਾਂ ਜਾਂ ਜਿਹੜੀ ਨਾਮਧਾਰੀ ਲਹਿਰ ਦਾ ਮੇਰੇ 'ਤੇ ਕਿਹੋ ਜਿਹਾ ਅਸਰ ਪਿਆ। ਸੋ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਹਿਲਾਂ ਵੀ ਮਿਲੀਆਂ ਉਸ ਮਾਹੌਲ ਦੇ ਵਿੱਚ ਆਪਣੇ ਮੁਲਕ 'ਚ ਰਹਿੰਦਿਆਂ ਹੋਏ, ਜਿਹਨਾਂ ਨੂੰ ਲੈ ਕੇ ਇੱਕ ਅਮੀਰ ਵਿਰਾਸਤ ਦੇ ਨਾਲ ਇੱਥੇ ਆਏ,
ਔਰ ਬਾਕੀ ਨੂੰ ਅਮੀਰ ਬਣਾਇਆ ਜੀ, ਉਹਨੂੰ ਆਪਾਂ ਰੱਦ ਕਰੀਏ ਤਾਂ ਵੈਸੇ ਹੀ ਗੱਲ ਨਹੀਂ ਸੋਭਦੀ। ਜੀ ਜੀ, ਜਿਹੜੇ ਇੱਥੋਂ ਦੇ ਲੋਕ ਨਾਲ ਜੁੜੇ ਆ ਜਾਂ ਉਹਨਾਂ ਨੇ ਕੋਈ ਨਵੀਆਂ ਗੱਲਾਂ ਦਸੀਆਂ, ਨਵੇਂ ਪੈਂਤੜੇ ਦੱਸੇ ਜਾਂ ਨਵੇਂ ਸਰੋਕਾਰਾਂ ਬਾਰੇ ਜਾਣੂ ਕਰਵਾਇਆ, ਬਿਲਕੁਲ ਅਸੀਂ ਉਹਨੂੰ ਘਟਾ ਕੇ ਨਹੀਂ ਵੇਖ ਰਹੇ। ਬਿਲਕੁਲ, ਉਹਦੇ ਨਾਲ ਸਗੋਂ ਲਹਿਰ ਪ੍ਰਚੰਡ ਹੋਈ ਆ, ਲਹਿਰ ਬਲਵਾਨ ਹੋਈ ਆ। ਨਵੇਂ ਤੁਹਾਨੂੰ ਜਿਹੜੇ ਮਸਲੇ ਨੂੰ ਸਮਝਣ ਲਈ ਕੋਈ ਤਰੀਕੇ ਲੱਭੇ ਨੇ, ਨਵੀਆਂ ਕੁੰਜੀਆਂ ਲੱਭੀਆਂ ਸੀ ਜੀ, ਉਹਦੇ ਤੇ ਕੋਈ ਕਿੰਤੂ ਨਹੀਂ ਕਰ ਰਿਹਾ। ਪਰ ਮੇਰਾ ਕਹਿਣ ਦਾ ਮਤਲਬ ਸਿਰਫ ਜਦੋਂ ਰਵਾਇਤੀ ਤੌਰ ਤੇ ਹੁਣ ਲਗਾਤਾਰ ਇੱਕ ਨੇ ਲਿਖਤਾ, ਦੂਜੇ ਨੇ ਫਿਰ ਅਗਾਂਹ ਨਕਲ ਮਾਰ ਕੇ ਉਹੋ ਜਿਹੀ ਗੱਲ ਲਿਖਤੀ, ਮੱਖੀ ਤੇ ਮੱਖੀ ਮਾਰ ਦਿੱਤੀ ਤੇ ਕਹਿ ਦਿੱਤਾ ਕਿ ਜੀ ਇੱਥੋਂ ਦੀ ਖੁੱਲੀ ਫਿਜ਼ਾ ਦੇ ਵਿੱਚ ਆ ਕੇ ਅੱਖਾਂ ਖੁੱਲੀਆਂ, ਤੇ ਉਹ ਗੱਲ ਮੁਨਾਸਿਬ ਨਹੀਂ ਵਾਲੀ। ਉਸ ਦੇ ਉੱਤੇ ਅੱਜ ਵੀ ਮੁੜ ਵਿਚਾਰ ਕਰਨਾ ਚਾਹੀਦਾ ਜੀ, ਨਵੇਂ ਸਿਰਿਓਂ ਉਸ ਗੱਲ ਦੇ ਉੱਤੇ ਵਿਚਾਰ ਕਰੋ ਕਿ ਕੁਝ ਚੀਜ਼ਾਂ ਤੁਹਾਨੂੰ ਅੰਦਰੋਂ ਤੁਹਾਨੂੰ ਗੁੜਤੀ ਤੁਹਾਨੂੰ ਮਿਲੀ ਆ ਆਪਣੇ ਬਜ਼ੁਰਗਾਂ ਤੋਂ ਜਾਂ ਵਿਰਾਸਤ 'ਚ, ਉਸ ਨੂੰ ਮਨਫੀ ਨਾ ਕਰੋ, ਉਸ ਦੀ ਖੂਬੀਆਂ ਨੂੰ ਪਛਾਣੋ। ਔਰ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ, ਜਿਵੇਂ ਤੁਸੀਂ ਸਿੱਖਾਂ ਦੀ ਉਦਾਹਰਨ ਦਿੱਤੀ ਹੈ, ਈਵਨ ਐਮਰਜੈਂਸੀ ਦੀ ਗੱਲ ਕਰ ਲਈਏ, ਹਾਂਜੀ, ਐਮਰਜੈਂਸੀ ਦੇ ਮੋਰਚੇ ਵਿੱਚ ਤਾਂ ਇਹ ਗੱਲ ਅੰਕਿਤ ਹੋ ਚੁੱਕੀ ਹੈ। ਆਬਾਦੀ ਦੇ ਲਿਹਾਜ਼ ਨਾਲ ਸਿੱਖਾਂ ਦੀ ਕਿਤੇ ਵੱਧ ਸ਼ਮੂਲੀਅਤ ਸੀ ਉਸ ਮੋਰਚੇ ਦੇ ਵਿੱਚ, ਬਿਲਕੁਲ, ਗ੍ਰਿਫਤਾਰੀਆਂ ਦੇ ਪੱਖੋਂ। ਹਾਲਾਂਕਿ ਉਹ ਲੜਾਈ ਸਾਰੇ ਮੁਲਕ ਦੇ ਲੋਕਾਂ ਦੀ ਸ਼ਹਿਰੀ ਆਜ਼ਾਦੀ ਵਾਸਤੇ ਲੜੀ ਜਾ ਰਹੀ ਸੀ। ਬਿਲਕੁਲ, ਸੋ ਇਸ ਕਰਕੇ ਇਹ ਸਾਡੇ ਕੋਲ ਮਿਸਾਲਾਂ ਇੱਕ ਨਹੀਂ ਬੜੀ ਵਾਰੀ ਆ ਚੁੱਕੀ। ਖਾਲਸਾ ਏਡ ਵੀ ਉਸੇ ਸਪਿਰਿਟ 'ਚ ਕੰਮ ਕਰ ਰਹੀ ਹੈ। ਕਿਸਾਨੀ ਅੰਦੋਲਨ ਵਿੱਚ ਪੰਜਾਬ ਨੇ ਅਗਵਾਈ ਲਈ, ਉਹ ਵੀ ਉਸ ਦਾ ਕਾਰਨ ਵੀ ਇਹੀ ਮੰਨਿਆ ਜਾਂਦਾ। ਬਿਲਕੁਲ, ਅੱਜ ਸਾਰਿਆਂ ਨੂੰ ਉਹਨਾਂ ਨੇ ਆਪਣੇ ਨਾਲ ਜੋੜ ਲਿਆ। ਨੈਸ਼ਨਲ ਜੀਓਗ੍ਰਾਫਿਕ ਨੇ ਜਿਹੜਾ ਕਵਰ ਸਟੋਰੀ ਕੀਤੀ ਹੈ, ਇੱਕ ਸਿੱਖ ਦਸਤਾਰ ਸਜਾ ਰਿਹਾ ਕਿਸਾਨ, ਉਹਦੀ ਹੀ ਚੋਣ ਉਹਨਾਂ ਨੇ ਕਿਉਂ ਕੀਤੀ? ਤੁਸੀਂ ਹਿੰਦੂ ਚਿਹਰੇ ਨੂੰ ਕਿਉਂ ਨਹੀਂ ਲੱਭ ਲਿਆ? ਜੀ, ਕਿਸਾਨ ਤਾਂ ਹੋਰ ਵੀ ਨੇ ਦੂਜੇ ਫਿਰਕਿਆਂ ਦੇ। ਬਿਲਕੁਲ, ਕਿਉਂਕਿ ਇੱਥੇ ਇੱਕ ਗੱਲ ਤਾਂ ਮੰਨਣੀ ਪੈਣੀ ਨਾ, ਅਗਵਾਈ ਕਿਹਨਾਂ ਨੇ ਲਈ। ਸੋ ਇਹ ਜਦੋਂ ਅਸੀਂ ਇਸ ਤਰ੍ਹਾਂ ਥੋੜਾ ਜਿਹਾ ਵਿਸ਼ਾਲ ਮਨ ਦੇ ਨਾਲ, ਵਿਸ਼ਾਲ ਹਿਰਦੇ ਨਾਲ, ਖੁੱਲੇ ਮਨ ਦੇ ਨਾਲ ਵੇਖਾਂਗੇ ਤਾਂ ਇਹ ਸਾਨੂੰ ਗੱਲਾਂ ਸਮਝ ਪੈਣਗੀਆਂ। ਜੇ ਪਹਿਲਾਂ ਹੀ ਸਾਡੀ ਸੋਚ ਘੜੀ ਕਢਾਈ ਹੋਈ ਹੈ ਕਿ ਨਹੀਂ, ਅਸੀਂ ਸਿਰਫ ਕਲਾਸ ਦੀ ਗੱਲ ਕਰਨੀ ਆ, ਸਿਰਫ ਲੈਫਟ ਦੇ ਐਂਗਲ ਤੋਂ ਗੱਲ ਕਰਨੀ ਆ, ਸਿਰਫ ਉਹਨਾਂ ਕਦਰਾਂ ਕੀਮਤਾਂ ਦੇ ਚੌਕ ਤੇ ਗੱਲ ਕਰਨੀ ਆ ਜਿਹੜੀਆਂ ਬਾਹਰੋਂ ਅਸੀਂ ਲੈ ਲਈਆਂ, ਜੀ, ਜਿਹੜੀਆਂ ਪਹਿਲਾਂ ਹੀ ਸਾਡੇ ਕੋਲ ਸੀਗੀਆਂ, ਉਹਨਾਂ ਨੂੰ ਅਸੀਂ ਕਿਵੇਂ ਇਨਕਾਰੀ ਹੋ ਸਕਦੇ? ਜੀ, ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਮਿਹਨਤ ਦੀ ਰੋਟੀ ਖਾਣ ਲਈ ਕਿਹਾ। ਮਿਹਨਤ ਕਸ਼ਾਂ ਲਈ ਉਹਨਾਂ ਦਾ ਜ਼ੋਰ ਸੀ ਇਸ ਗੱਲ ਤੇ ਕਿ ਆਪਣਾ ਕਿਰਤ ਕਰੋ। ਜੀ, ਬਿਲਕੁਲ, ਆਪ ਵੀ ਹਲਵਾ ਸੀ, ਸਹੀ ਹੈ, ਹਨਾ। ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਇਗਨੋਰ ਨਾ ਕਰੀਏ, ਮੇਰਾ ਇਹ ਮੰਨਣਾ। ਇੱਕ ਗੱਲ, ਬਾਬਾ ਸੋਹਣ ਸਿੰਘ ਭਕਨਾ ਜਦੋਂ ਗਦਰ ਪਾਰਟੀ ਦੀ ਸਥਾਪਨਾ ਕਰਦੇ ਨੇ, ਉਸ ਸਮੇਂ ਵੀ ਉਹਨਾਂ ਦੇ ਨਾਲ ਜਿਹੜੇ ਬਾਨੀ ਮੈਂਬਰਸ ਆ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਜੀ, ਇਹ ਵੀ ਉਹਨਾਂ ਦੇ ਨਾਲ ਨੇ। ਨਾਲ ਨਵੀਂ ਪੀੜ੍ਹੀ, ਨੌਜਵਾਨ ਕਰਤਾਰ ਸਿੰਘ ਸਰਾਭਾ, ਬਾਕੀ ਸਾਰੇ ਜੁੜਦੇ ਜਾਂਦੇ ਨੇ, ਇੱਕ ਲੰਮੀ ਲਹਿਰ ਬਣ ਜਾਂਦੀ ਹੈ। ਪਰ ਜਿਹੜੇ ਉਹ ਬਜ਼ੁਰਗ ਜਿਨ੍ਹਾਂ ਨੇ ਇੱਥੇ ਆ ਕੇ ਮਿਹਨਤ ਦੇ ਰਾਹੀਂ ਵੀ ਆਪਣਾ ਥਾਂ ਬਣਾਇਆ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਹੱਕ ਸੱਚ ਇਨਸਾਫ ਲਈ ਲੜਨਾ, ਤੇ ਜਦੋਂ ਉਹਨਾਂ ਦੇ ਅੰਦਰ ਇਹ ਗੱਲ ਦਾ ਬਾਰ-ਬਾਰ ਅਹਿਸਾਸ ਹੋਇਆ ਕਿ ਦੇਸ਼ ਜਿਹੜਾ ਗੁਲਾਮ ਹੈ, ਅਸੀਂ ਇੱਥੇ ਬੈਠੇ ਹਾਂ, ਸਾਡੇ ਕੋਲ 4 ਛਿੱਲੜ ਵੀ ਨੇ, ਕਿਉਂ ਨਾ ਅਸੀਂ ਉਹਨਾਂ ਨੂੰ ਚੰਗੇ ਪਾਸੇ ਲਾਈਏ। ਇੱਕ ਐਸੀ ਸਪਿਰਿਟ ਜਿਹੜੀ ਬਾਬਾ ਸੋਹਣ ਸਿੰਘ ਭਕਨਾ ਦੀ ਪ੍ਰੇਰਨਾ ਨਾਲ ਬਾਕੀਆਂ ਨੂੰ ਬੰਨ੍ਹ ਸਕੀ। ਉਹਨਾਂ ਦੀ ਜਿਹੜੀ ਮਿਕਨਾਤੀਸੀ ਸ਼ਖਸੀਅਤ ਸੀ ਜਾਂ ਉਹਦੇ ਵਿੱਚ ਖਿੱਚ ਸੀ, ਜਿਸ ਦੇ ਬਾਰੇ ਉਹ ਮੇਰੀ ਰਾਮ ਕਹਾਣੀ 'ਚ ਬੜਾ ਵਿਸਥਾਰ 'ਚ ਲਿਖਦੇ ਨੇ ਕਿ ਕਿਸ ਤਰ੍ਹਾਂ ਅਸੀਂ ਕਿੱਥੇ ਗਏ, ਕਿਵੇਂ ਬੈਠੇ, ਕਿਵੇਂ ਅਸੀਂ ਵਜ਼ੀਫੇ ਵੀ ਸ਼ੁਰੂ ਕੀਤੇ, ਨੌਜਵਾਨਾਂ ਨੂੰ ਪ੍ਰੇਰਿਆ ਵੀ। ਕਈ ਤਰ੍ਹਾਂ ਦੇ ਉਹਨਾਂ ਨੇ ਉਸ ਉਤਰਾਅ ਚੜ੍ਹਾਅ ਦੇ ਸਫ਼ਰ ਨੂੰ ਵੀ ਬਿਆਨ ਕੀਤਾ। ਅਤੇ ਉਸ ਸਾਰੇ ਅੰਕਿਤ ਦ੍ਰਿਸ਼ਟੀਕੋਣ ਦੇ ਵਿੱਚ ਇਹਨਾਂ ਨੇ ਆਖਰੀ ਜਿਹੜਾ ਫੈਸਲਾ ਕੀਤਾ ਕਿ ਗਦਰ ਅਖਬਾਰ ਕੱਢਿਆ ਜਾਏ ਅਤੇ ਇਸ ਅਖਬਾਰ ਦੇ ਰਾਹੀਂ ਇੱਕ ਸੁਨੇਹਾ ਭੇਜਿਆ ਜਾਏ। ਸਾਡਾ ਜੋ ਪੱਤਰਕਾਰੀ ਪਿਛੋਕੜ ਹੈ, ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ। ਸੋ ਜਿਨ੍ਹਾਂ ਬਾਬਿਆਂ ਨੂੰ ਕਹਿ ਦਿੰਦੇ ਆ ਕਿ ਸ਼ਾਇਦ ਇਹ ਬਹੁਤੇ ਪੜ੍ਹੇ ਲਿਖੇ ਨਹੀਂ, ਦੁਨਿਆਵੀ ਵਿੱਦਿਆ ਨਹੀਂ, ਅਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਅਖੌਤੀ ਵਿੱਦਿਆ ਵਾਲੇ ਲੋਕ ਨੇ, ਉਹਨਾਂ ਤੋਂ ਸੈਂਕੜੇ ਗੁਣਾ ਅੱਗੇ ਸਨ। ਉਸ ਵਿੱਦਿਆ ਦਾ ਫਾਇਦਾ ਕੀ ਜੇ ਲੋਕਾਂ ਦੇ ਤੁਸੀਂ ਕੰਮ ਹੀ ਨਾ ਆਏ? ਜੇ ਸਿਰਫ ਆਪਣੇ ਲਈ ਵਿੱਦਿਆ ਹਾਸਲ ਕਰਨੀ ਹੈ ਤਾਂ ਠੀਕ ਹੈ, ਫਿਰ ਤੁਹਾਡੇ 'ਚ ਤਾਂ ਜਾਨਵਰਾਂ 'ਚ ਕੀ ਫਰਕ ਆ? ਉਹਨਾਂ ਨੂੰ ਵੀ ਆਪਣੀ ਲੋੜ ਦਾ ਗਿਆਨ ਮਿਲਿਆ ਹੋਇਆ ਜੀ, ਉਹਨਾਂ ਦਾ ਵੀ ਜੀਵਨ ਨਿਰਵਾਹ ਹੋ ਰਿਹਾ, ਖਾ ਲੈਂਦੇ ਨੇ, ਪੀ ਲੈਂਦੇ ਨੇ, ਹੋਰ ਬੜਾ ਕੁਝ ਕਰ ਲੈਂਦੇ ਆ। ਪਰ ਇਹ ਹੈ ਕਿ ਵੀ ਦੂਜਿਆਂ ਲਈ ਖੜਨਾ, ਉਹ ਅਸਲੀ ਵਿੱਦਿਆ। ਅਸਲੀ ਵਿੱਦਿਆ ਦਾ ਫਾਇਦਾ ਕਿ ਜੋ ਤੁਹਾਡੀ ਵਿੱਦਿਆ ਦੂਜਿਆਂ ਦੇ ਕੰਮ ਆ ਸਕੇ। ਤੁਸੀਂ ਟੀਚਰ ਹੋ ਅਤੇ ਤੁਸੀਂ ਜਿੱਥੇ ਉਹਨਾਂ ਨੂੰ ਇੱਕ ਰਵਾਇਤੀ ਤੌਰ 'ਤੇ ਪੜ੍ਹਾਈ ਲਿਖਾਈ ਕਰਾਉਣੀ ਹੈ, ਨਾਲ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸੋ ਜੀ, ਚੰਗੇ ਸੰਸਕਾਰ ਉਹਨਾਂ ਨੂੰ ਦਿਓ। ਇਹੀ ਗੱਲ ਵਕੀਲ 'ਤੇ ਲਾਗੂ ਹੁੰਦੀ ਹੈ। ਵਕੀਲ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਡਿਗਰੀ ਹਾਸਲ ਕਰ ਲਈ, ਉਸ ਤੋਂ ਬਾਅਦ ਮੈਂ ਆਪਣਾ ਇੰਨੇ ਘੰਟੇ ਪ੍ਰੈਕਟਿਸ ਕਰਨੀ ਅਤੇ ਇੰਨੇ ਪੈਸੇ ਬਣਾਉਣੇ, ਦੈਟਸ ਇਟ। ਫਿਰ ਤੁਹਾਡਾ ਇਹ ਵੀ ਇੱਕ ਨਿਸ਼ਚਾ ਹੋਣਾ ਚਾਹੀਦਾ ਕਿ ਮੈਂ ਲੋਕਾਂ ਦੇ ਕਿਵੇਂ ਕੰਮ ਆ ਸਕਾਂ। ਅਨੇਕਾਂ ਲੋਕ ਨੇ ਜਿਹੜੇ ਵਕੀਲ ਅਫੋਰਡ ਨਹੀਂ ਕਰ ਸਕਦੇ। ਜੇ ਡਾਕਟਰ ਵੀ ਇੱਦਾਂ ਹੀ ਕਰਨ ਲੱਗ ਪਏ, ਸਿਰਫ ਪੈਸੇ ਹੀ ਬਣਾਉਣੇ ਆ, ਕਈਆਂ ਨੂੰ ਇਲਾਜ ਨਹੀਂ ਮਿਲੂਗਾ। ਸੋ ਇਹ ਇੱਕ ਜ਼ਿੰਮੇਵਾਰੀ ਤੁਹਾਡੀ ਬਣਦੀ, ਇੱਕ ਨੈਤਿਕ ਜ਼ਿੰਮੇਵਾਰੀ ਜੀ। ਜੀ, ਨੈਤਿਕ ਜ਼ਿੰਮੇਵਾਰੀ ਤੋਂ ਜਿਹੜਾ ਬਿਲਕੁਲ ਪਾਸਾ ਵੱਟ ਲੈਣਾ, ਸਿਰਫ ਪੜ੍ਹਾਈ ਆਪਣੇ ਲਈ ਕਰਨੀ, ਉਹ ਮੈਂ ਸਮਝਦਾ ਕਿ ਪਸ਼ੂ ਬਿਰਤੀ ਤੁਹਾਡੀ ਵਾਲੀ। ਉਹ ਫਿਰ ਕੋਈ ਇਹੋ ਜਿਹੀ ਚੰਗੀ ਬਿਰਤੀ ਨਹੀਂ ਜਿਹਦੇ ਵਿੱਚ ਲੋਕਾਂ ਦਾ ਕੋਈ ਫਾਇਦਾ ਹੋ ਸਕੇ। ਜੀ ਜੀ ਜੀ। ਬਾਬਾ ਸੋਹਣ ਸਿੰਘ ਭਕਨਾ ਹੁਣਾਂ ਨੇ ਜਦੋਂ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਹੜੀ ਕਿ 1913 ਦੇ ਵਿੱਚ
ਜੋ ਪਹਿਲੀ ਨਵੰਬਰ ਨੂੰ ਅਖਬਾਰ ਗਦਰ ਸ਼ੁਰੂ ਹੋਇਆ, ਬਾਅਦ 'ਚ ਉਰਦੂ ਤੋਂ ਬਾਅਦ ਪੰਜਾਬੀ ਐਡੀਸ਼ਨ ਸ਼ੁਰੂ ਹੋਇਆ। ਕਰਤਾਰ ਸਿੰਘ ਸਰਾਭਾ ਉਸ ਦੇ ਸੰਪਾਦਕ ਵੀ ਸਨ। ਜਦੋਂ ਅਸੀਂ ਉਹਨਾਂ ਦੇ ਗਦਰ ਲਹਿਰ ਦੇ ਜਾਂ ਗਦਰ ਪਾਰਟੀ ਦੇ ਜਿਹੜੇ ਮੂਲ ਏਜੰਡੇ ਦੇਖਦੇ ਹਾਂ, ਉਹਨਾਂ ਦੇ ਵਿੱਚ ਉਹਨਾਂ ਨੂੰ ਪ੍ਰਕਾਸ਼ਿਤ ਬਕਾਇਦਾ ਗਦਰ ਅਖਬਾਰ ਦੇ ਵਿੱਚ ਕੀਤਾ ਗਿਆ, ਜਿਹੜੀਆਂ ਸਾਨੂੰ ਦਸਤਾਵੇਜ਼ੀ ਰੂਪ ਯਾਨੀ ਕੇਸਰ ਸਿੰਘ ਨਾਵਲਿਸਟ ਦੇ ਰੂਪ 'ਚ ਵੀ ਮਿਲਦੀਆਂ ਨੇ, ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਨੇ। ਉਹਨਾਂ ਦੇ ਵਿੱਚ ਜਿਹੜੀ ਇੱਕ ਗੱਲ ਵਾਰ-ਵਾਰ ਆਉਂਦੀ ਹੈ, ਜਿਹੜੀ ਕਿ ਅੱਜ ਜਿਸ 'ਤੇ ਆ ਕੇ ਸਾਨੂੰ ਵਿਚਾਰ ਕਰਨਾ ਪੈਣਾ, ਜੋ ਸਾਡਾ ਮੁੱਦਾ ਵੀ ਹੈ, ਉਹ ਇਹ ਕਿ ਭਾਰਤ ਦੇ ਵਿੱਚ ਜਿਹੜਾ ਰਾਜ ਸਥਾਪਿਤ ਹੋਏਗਾ ਉਹ ਕਿਸੇ ਵੀ ਕਿਸਮ ਦਾ ਇੱਕ ਪਾਵਰ ਦਾ ਜਿਹੜਾ ਕੇਂਦਰੀਕਰਨ ਨਹੀਂ ਹੋਏਗਾ, ਬਲਕਿ ਉਸ ਦਾ ਸੰਘ ਢਾਂਚਾ ਕੀ ਹੋਏਗਾ, ਯੂਨਾਈਟਿਡ ਸਟੇਟਸ ਆਫ ਇੰਡੀਆ, ਇਹ ਸ਼ਬਦ ਉਹਨਾਂ ਨੇ ਵਰਤਿਆ। ਸੰਯੁਕਤ ਜਿਹੜਾ ਰਾਜ ਹੈ ਜਿਹੜਾ ਭਾਰਤ ਦਾ, ਉਹ ਸਥਾਪਿਤ ਹੋਏਗਾ। ਉਹਦੇ ਵਿੱਚ ਜਿਹੜੀਆਂ ਸਾਰਿਆਂ ਨੂੰ ਵਿਲੱਖਣਤਾਵਾਂ ਵੰਨਗੀਆਂ ਜਾਂ ਹਰ ਕਿਸੇ ਨੂੰ ਅਧਿਕਾਰ ਅਤੇ ਕਿਸੇ ਖਾਸ ਕਿਸਮ ਦਾ ਜਿਹੜਾ ਇਹੋ ਜਿਹਾ ਦੌਰ ਨਹੀਂ ਹੋਏਗਾ। ਉਸ ਫਾਸ਼ੀਵਾਦ ਦਾ ਅੰਤ ਕਰਨ ਦੇ ਵਾਸਤੇ ਉਹਨਾਂ ਨੇ ਤਹੀਆ ਕੀਤਾ ਸੀ। ਸੋ ਉਹ ਢਾਂਚਾ ਜਿਹੜਾ ਉਹਨਾਂ ਨੇ ਉਲੀਕਿਆ ਸੀ, ਜਾਂ ਗਦਰ ਪਾਰਟੀ ਜਾਂ ਗਦਰ ਅਖਬਾਰ ਦੇ ਵਿੱਚ ਜਿਸ ਨੂੰ ਬਕਾਇਦਾ ਬਿਆਨ ਕੀਤਾ ਗਿਆ, ਅਤੇ ਮੌਜੂਦਾ ਸਮੇਂ ਜੋ ਸਰਕਮਸਟਾਂਸਿਸ ਨੇ ਉਹਨਾਂ ਨੂੰ ਆਹਮਣੇ ਸਾਹਮਣੇ ਰੱਖ ਕੇ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਗਦਰ ਕਵਿਤਾ, ਉਹ ਤਾਂ ਮੈਂ ਹਰ ਇੱਕ ਨੂੰ ਕਹਿੰਦਾ ਕਿ ਉਹਨੂੰ ਤਾਂ ਤੁਸੀਂ ਜ਼ਰੂਰ ਪੜ੍ਹੋ, ਕਿਉਂਕਿ ਉਹ ਇੱਕ ਮੌਲਿਕ ਦਸਤਾਵੇਜ਼ ਹੈ। ਹਾਂ, ਸਿਰਫ ਗਦਰ ਪਾਰਟੀ ਸ਼ੁਰੂ ਕਿੱਦਾਂ ਹੋਈ, ਗਦਰ ਪਾਰਟੀ ਦਾ ਨਿਸ਼ਾਨਾ ਕੀ ਸੀ, ਗਦਰੀ ਕਿਸ ਮਾਹੌਲ 'ਚ ਗੁਜ਼ਰ ਰਹੇ ਸੀਗੇ, ਆਲਾ ਪਦਾਲਾ ਕਿਹੋ ਜਿਹਾ ਸੀ ਅਮਰੀਕਾ ਦਾ, ਕਿਹਨਾਂ ਗੱਲਾਂ ਨੇ ਝੰਜੋੜਿਆ, ਕਿਹਨਾਂ ਗੱਲਾਂ ਨੇ ਉਹਨਾਂ ਨੂੰ ਇਸ ਗੱਲ ਦੀ ਧੂਪ ਪਾਈ ਕਿ ਆਪਾਂ ਇਸ ਸੰਘਰਸ਼ 'ਚ ਕੁੱਦੀਏ, ਉਹਨੂੰ ਸਮਝਣ ਲਈ ਉਹ ਕਿਤਾਬ ਬਹੁਤ ਸਹਾਈ ਹੈ ਜੀ। ਸਾਰੇ ਦਾ ਸਾਰਾ ਸੰਗ੍ਰਹਿ ਇੱਕ ਵਾਰੀ ਪੜ੍ਹ ਛੱਡੋ, ਨਾਲੇ ਮੌਲਿਕ ਦਸਤਾਵੇਜ਼ ਆ, ਉਹਨਾਂ ਦੇ ਮੂੰਹੋਂ ਗੱਲ ਨਿਕਲੀ ਸਾਰੀ। ਹਾਂ, ਬਿਲਕੁਲ। ਇਸ ਕਰਕੇ ਉਹਦੀ ਅਹਿਮੀਅਤ ਇਹ ਆ। ਅਖਬਾਰ ਜਿਹੜੇ ਕੱਢਦੇ ਸੀਗੇ, ਅੱਜ ਦੇ ਸਮੇਂ 'ਚ ਅਸੀਂ ਵੇਖਦੇ ਹਾਂ ਕਿ ਗੋਦੀ ਮੀਡੀਆ ਦਾ ਬੋਲਬਾਲਾ ਹੈ ਜੀ। ਇੱਕ ਪਾਸੇ ਗੋਦੀ ਮੀਡੀਆ ਹੈ, ਟੁਕੜਬੋਚ ਜਿਹੜੇ ਪੱਤਰਕਾਰ ਨੇ, ਸਰਕਾਰ ਦੇ ਬੂੜ ਚੱਟ ਕਿਸਮ ਦੇ ਲੋਕ, ਉਹ ਕਾਲਮ ਨਵੀਸ ਬਣੇ ਹੋਏ ਵੱਡੇ ਵੱਡੇ, ਕਈ ਨਾਮ ਲਈ ਬੈਠੇ ਆ, ਕੋਈ ਮਾਰ ਬਹੁਤ ਸਿਕਿਉਰਿਟੀ ਵੀ ਲਈ ਬੈਠੇ ਹੁਣ ਤਾਂ ਜੀ। ਪਰ ਜਿਹੜੇ ਉਹ ਸੀਗੇ ਗਦਰੀ ਬਾਬੇ ਜਿਨ੍ਹਾਂ ਨੇ ਅਖਬਾਰ ਵਿੱਚ ਜੋ ਲਿਖਿਆ ਜਜ਼ਬਾ ਉਹਨਾਂ ਦਾ ਸੀ, ਜੋ ਪ੍ਰੈਕਟੀਕਲੀ ਲੋਕਾਂ ਨੂੰ ਕਰਨ ਲਈ ਕਹਿ ਰਹੇ ਸੀ, ਉਹਨਾਂ ਨੇ ਖੁਦ ਵੀ ਕਰਕੇ ਵਿਖਾਇਆ ਜੀ। ਇਕੱਲਾ ਇਹ ਨਹੀਂ ਕਿ ਲਿਖਤਾ ਤੇ ਲੋਕਾਂ ਨੂੰ ਮੈਨੂੰ ਕਹਿ ਕੇ ਸਿਰਫ ਭੜਕਾਹਟ ਪੈਦਾ ਕਰਦੀ ਕਿ ਠੀਕ ਹੈ ਅੱਗੇ ਲੱਗੋ, ਆਹ ਕਰੋ ਵਾਹ ਕਰੋ, ਤੇ ਆਪ ਤੁਸੀਂ ਪਿੱਛੇ ਬੈਠੇ ਰਹੇ। ਸਗੋਂ ਉਹ ਆਪ ਵੀ ਜਦੋਂ ਲੋੜ ਪਈ ਤੇ ਕੁਰਬਾਨੀ ਦੇਣ ਲਈ ਮੂਹਰੇ ਹੋਏ ਜੀ। ਕਰਤਾਰ ਸਿੰਘ ਸਰਾਭਾ ਦੀ ਪ੍ਰਤੱਖ ਮਿਸਾਲ ਹੈ। ਬਿਲਕੁਲ ਜੀ। ਸੋ ਇਹ ਗੱਲਾਂ ਦੱਸਦੀਆਂ ਨੇ ਕਿ ਪੱਤਰਕਾਰੀ ਦੇ ਵਿੱਚ ਜਿੱਥੇ ਤੁਸੀਂ ਤਲਵਾਰ 'ਤੇ ਤੁਰਨਾ, ਉੱਥੇ ਨਾਲ ਦੀ ਨਾਲ ਤਲਵਾਰ ਦੀ ਧਾਰ 'ਤੇ ਤੁਰਨ ਤੋਂ ਇਲਾਵਾ ਜਦੋਂ ਮੌਕਾ ਆਉਂਦਾ ਤੇ ਆਪ ਵੀ ਤੁਸੀਂ ਇਮਤਿਹਾਨ ਦੇਣ ਦੇ ਮੂਹਰੇ ਹੋ। ਬਿਲਕੁਲ। ਸੋ ਇਹ ਮਤਲਬ ਗੱਲਾਂ ਸਿੱਖਣ ਵਾਲੀਆਂ ਜਿਹੜੀ ਅੱਜ ਦੇ ਸਮੇਂ 'ਚ ਹੋਰ ਵੀ ਜ਼ਿਆਦਾ ਪ੍ਰਸੰਗਕ ਹੋ ਚੁੱਕੀਆਂ। ਇਹ ਸਾਰੇ ਜਿਹੜੇ ਗਦਰੀ ਯੋਧੇ ਸਨ ਜਿਨ੍ਹਾਂ ਨੇ ਉਸ ਵੇਲੇ ਇਹ ਤਹੀਆ ਕੀਤਾ ਕਿ ਹੁਣ ਇਸ ਵੇਲੇ ਵਿਸ਼ਵ ਯੁੱਧ ਸ਼ੁਰੂ ਹੋ ਰਿਹਾ, ਫੈਸਲਾ ਕੀਤਾ, ਅਮਰੀਕਾ ਤੋਂ ਵਾਪਸ ਚਲੇ ਗਏ। ਮੈਨੂੰ ਲੱਗਦਾ ਇਹ ਵੀ ਇੱਕ ਬਹੁਤ ਵੱਡਾ ਇੱਕ ਮਹੱਤਵਪੂਰਨ ਮੁੱਦਾ ਹੈ ਕਿ ਰੋਜ਼ੀ ਰੋਟੀ ਲਈ ਇੱਥੇ ਆਉਣਾ, ਪਰ ਰੋਜ਼ੀ ਰੋਟੀ ਦੇ ਉਸ ਨੁਕਤੇ ਨੂੰ ਪਿੱਛੇ ਹੀ ਛੱਡ ਦੇਣਾ, ਅਤੇ ਉਹਦੇ ਥਾਂ 'ਤੇ ਜਿਹੜਾ ਆਪਣੇ ਅੰਦਰ ਭਾਵਨਾ ਸੀ ਉਹ ਸੀ ਆਜ਼ਾਦੀ ਦੀ, ਮਨੁੱਖੀ ਸੋਚ ਜਿਹੜੀ ਹੈ ਕਿਸ ਤਰੀਕੇ ਨਾਲ ਉਭਰੀ, ਅਤੇ ਉਹਨਾਂ ਚੀਜ਼ਾਂ ਨੂੰ ਪਿੱਛੇ ਛੱਡਤਾ। ਉਦੋਂ ਬਾਅਦ ਉਹਨਾਂ ਨੇ ਜਾ ਕੇ ਜਿਹੜੇ ਬਹੁਤ ਸਾਰੇ ਸ਼ਹੀਦ ਹੋਏ, ਇਹਨਾਂ ਨੂੰ ਵੀ ਬਾਬਾ ਜੀ ਨੂੰ ਉਮਰ ਕੈਦ ਦੀ ਸਜ਼ਾ ਹੋਈ, ਕਈ ਤਰ੍ਹਾਂ ਦੀਆਂ ਜੇਲ੍ਹਾਂ ਹੋਈਆਂ, ਜੇਲ੍ਹਾਂ ਦੇ ਵਿੱਚ ਵੀ ਇਹਨਾਂ ਨੇ ਸੰਘਰਸ਼ ਜਾਰੀ ਰੱਖਿਆ। ਕਦੇ ਉਹ ਸੰਘਰਸ਼ ਉਹਨਾਂ ਵਿਅਕਤੀਆਂ ਦੇ ਵਾਸਤੇ ਸੀ ਜਿਨ੍ਹਾਂ ਦੀ ਆਇਡੈਂਟੀਟੀ ਆਪਣੇ ਆਪ ਸੀ, ਇੱਥੋਂ ਤੱਕ ਕਿ ਦਸਤਾਰ ਕਛਹਿਰਿਆਂ, ਉਹਨਾਂ ਦੇ ਵਾਸਤੇ ਵੀ ਉਹਨਾਂ ਨੇ ਇਹ ਸੰਘਰਸ਼ ਜਾਰੀ ਰੱਖਿਆ। ਬਕਾਇਦਾ ਤੌਰ 'ਤੇ ਉਹਨਾਂ ਦੀਆਂ ਤਸਵੀਰਾਂ ਉਸ ਵੇਲੇ ਦੀਆਂ ਪ੍ਰਕਾਸ਼ ਨੇ, ਬੜਾ ਸੰਘਰਸ਼ ਇਹਨਾਂ ਨੇ ਲਗਾਤਾਰ ਉੱਥੇ ਜਾ ਕੇ ਵੀ ਜਿਹੜੀ ਉਮਰ ਕੈਦ ਦੀ ਸਜ਼ਾ ਸੀ, ਬਾਅਦ 'ਚ ਜੋ ਤਬਦੀਲ ਫਾਂਸੀ ਤੋਂ ਉਮਰ ਕੈਦ ਦੇ ਵਿੱਚ ਹੋਈ, ਉਹ ਸਾਰਾ ਸੰਘਰਸ਼ ਚੱਲਦਾ ਰਿਹਾ ਇਹਨਾਂ ਦਾ। ਬਿਲਕੁਲ ਸੰਘਰਸ਼ ਚੱਲਦਾ ਰਿਹਾ। ਉਹਦੀ ਨਿਰੰਤਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉਹੀ ਉਸਦੀ ਖੂਬੀ ਹੈ। ਹਾਂ, ਤੁਸੀਂ ਵੇਖੋ ਕਿ ਸੋਹਣ ਸਿੰਘ ਭਕਨਾ ਨੇ ਇੱਕ ਵਾਰ ਦਲਿਤ ਕੈਦੀਆਂ ਲਈ ਵੀ ਭੁੱਖ ਹੜਤਾਲ ਰੱਖੀ ਜੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦਲਿਤ ਕੈਦੀਆਂ ਲਈ ਵੱਖਰਾ ਲੰਗਰ ਵਰਤਾਇਆ ਜਾਂਦਾ, ਉਹਨਾਂ ਨੇ ਇਸ ਰਵਾਇਤ ਨੂੰ ਤੋੜਨ ਲਈ ਭੁੱਖ ਹੜਤਾਲ ਰੱਖੀ ਦਲਿਤਾਂ ਵਾਸਤੇ। ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਸੋ ਇਹ ਸਾਡੇ ਕੋਲ ਮਿਸਾਲਾਂ ਨੇ ਜਿੱਥੇ ਜਿਹੜੀਆਂ ਸਿੱਧ ਕਰਦੀਆਂ ਕਿ ਜਦੋਂ ਜਦੋਂ ਵੀ ਲੋੜ ਪਈ ਉਹਨਾਂ ਨੇ ਵੱਖਰੇ ਵੱਖਰੇ ਤਬਕਿਆਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਸੋਹਣ ਸਿੰਘ ਭਕਨਾ ਜੀ ਤੇ ਬਹੁਤ ਚੰਗੇ ਲਿਖਾਰੀ ਵੀ ਆਵਾਜ਼ ਸਾਬਤ ਹੋਏ, ਕਿਤਾਬਚੇ ਵੀ ਉਹਨਾਂ ਨੇ ਕਈ ਲਿਖੇ ਆ। ਔਰਤਾਂ ਦੀ ਹਾਲਤ ਬਾਰੇ ਉਹਨਾਂ ਨੇ ਕਿਤਾਬਚਾ ਲਿਖਿਆ, ਜਿਹੜੀ ਔਰਤਾਂ ਬਾਰੇ ਵੀ ਉਹ ਚੰਗੀ ਤਰ੍ਹਾਂ ਸਮਝਦੇ ਸੀ ਗੱਲ ਨੂੰ। ਜਿਹੜੀ ਇੱਥੇ ਸਾਡੇ ਇੱਕ ਬੀਬੀ ਵੀਰਾ ਹੁੰਦੀ ਸੀ, ਜਿਹੜੀ ਕਿ ਉਹਨਾਂ ਦੀ ਗੋਦ ਲਈ ਬੇਟੀ ਸੀ ਉਹਨਾਂ ਦੀ, ਕਿਉਂਕਿ ਆਪਣਾ ਬੱਚਾ ਤਾਂ ਉਹਨਾਂ ਦਾ ਹੈ ਨਹੀਂ ਕੋਈ ਸੀ। ਉਹਨਾਂ ਨੇ ਉਸ ਬੀਬੀ ਨੂੰ ਉਸ ਦੌਰ ਵਿੱਚ ਸਾਈਕਲ ਲੈ ਕੇ ਦਿੱਤਾ ਸੀਗਾ। ਉਸ ਦੌਰ 'ਚ ਸਾਈਕਲ ਲੈ ਕੇ ਦਿੱਤਾ ਜਦੋਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ, ਕੁੜੀਆਂ ਨੂੰ ਪੜ੍ਹਨ ਲਈ ਨਹੀਂ ਸੀ ਪ੍ਰੇਰਿਆ ਜਾਂਦਾ, ਕੁੜੀਆਂ ਨੂੰ ਇਸ ਗੱਲ ਲਈ ਪ੍ਰੇਰਿਆ ਜਾਂਦਾ ਸੀ ਤੁਸੀਂ ਘਰੇ ਰਹੋ। ਉਸ ਦੌਰ 'ਚ ਉਹਨੇ ਸਾਈਕਲ ਲੈ ਕੇ ਦਿੱਤਾ ਉਹਨੂੰ, ਬੀਬੀ ਨੂੰ। ਇਹ ਗੱਲਾਂ ਦੱਸਦੀਆਂ ਕਿ ਬਾਬਾ ਜੀ ਦੀ ਜਿਹੜਾ ਉਹਨਾਂ ਦਾ ਸੱਦ ਘੇਰਾ ਬਹੁਤ ਵਿਸ਼ਾਲ ਸੀਗਾ ਜੀ। ਉਹ ਇਕੱਲਾ ਆਪਣੇ ਤਬਕੇ ਦੀ ਗੱਲ ਨਹੀਂ ਸੀ ਕਰਦੇ ਜਾਂ ਸਿਰਫ ਮਰਦਾਂ ਜਾਂ ਬਾਕੀਆਂ ਤੱਕ ਉਹਨਾਂ ਦੀ ਗੱਲ ਸੀਮਤ ਨਹੀਂ ਸੀ।
ਉਹ ਸਾਰੀ ਗੱਲ ਨੂੰ ਸਮਝਦੇ ਸੀ ਜੀ। ਫਿਰ ਵੇਖੋ ਜਿਹੜਾ ਉਹ ਬੱਚਾ ਨਹੀਂ ਸੀ ਉਹਨਾਂ ਦੇ ਗੱਲ ਹੋ ਸਕਦਾ। ਇਹ ਗੱਲ ਕਹਿਣ ਲਈ ਵੀ ਹਿੰਮਤ ਚਾਹੀਦੀ ਆ। ਉਹਨਾਂ ਨੇ ਹਮੇਸ਼ਾ ਕਿਹਾ ਕਿ ਇਸ ਦੇ ਲਈ ਮੈਂ ਕਸੂਰਵਾਰ ਹਾਂ, ਮੇਰੇ ਕੁਝ ਭੈੜੇ ਐਬ ਸੀ, ਭੈੜੀਆਂ ਆਦਤਾਂ ਸੀਗੀਆਂ ਜਿਹਦੇ ਕਰਕੇ ਮੇਰੇ ਸਰੀਰ 'ਚ ਇਹੋ ਜਿਹਾ ਨੁਕਸ ਸੀਗਾ ਕਿ ਬੱਚਾ ਪੈਦਾ ਕਰਨ ਦੀ ਮੈਂ ਹਾਲਤ 'ਚ ਨਹੀਂ ਸੀ। ਨਹੀਂ ਤਾਂ ਆਮ ਤੌਰ ਤੇ ਜਿਸ ਕਿਸਮ ਦਾ ਮਰਦ ਪ੍ਰਧਾਨ ਸਮਾਜ ਹੈ, ਔਰਤਾਂ ਦੇ ਸਾਰਾ ਜ਼ਿੰਮਾ ਮਰ ਦਿੱਤਾ ਜਾਂਦਾ ਕਿ ਔਰਤਾਂ ਜਿਹੜੀਆਂ ਨੇ ਇਹ ਬੱਚਾ ਨਹੀਂ ਜੰਮ ਸਕਦੀਆਂ। ਪਰ ਬਾਬਾ ਜੀ ਨੇ ਆਪਣੇ ਤੇ ਗੱਲ ਲਈ, ਕਿਉਂਕਿ ਔਰ ਉਹਨਾਂ ਨੇ ਲੁਕੋ ਵੀ ਨਹੀਂ ਰੱਖਿਆ। ਇਮਾਨਦਾਰੀ ਇੰਨੀ ਸੀ ਕਿ ਜਿਹੜਾ ਪਹਿਲਾ ਜਨਮ ਸੀ ਉਹਨਾਂ ਦਾ, ਜਦੋਂ ਮਤਲਬ ਅਜੇ ਪਹਿਲਾਂ ਉਹ ਐਕਟਿਵਿਜ਼ਮ 'ਚ ਨਹੀਂ ਸੀ ਆਏ ਜਾਂ ਪੜ੍ਹਾਈ ਲਿਖਾਈ ਵੱਲ ਧਿਆਨ ਨਹੀਂ ਸੀਗਾ ਜਾਂ ਇਸ ਕਿਸਮ ਦੀ ਜਜ਼ਬਾ ਨਹੀਂ ਸੀ ਅਜੇ ਆਇਆ ਉਹਨਾਂ 'ਚ, ਜਦੋਂ ਬਿਲਕੁਲ ਇੱਕ ਜਿਵੇਂ ਹੁੰਦਾ ਨਾ ਕਿ ਵਿਗੜੇ ਹੋਏ ਕਾਕੇ ਹੁੰਦੇ, ਜੋ ਉਹਨਾਂ ਦੀਆਂ ਹਰਕਤਾਂ ਸੀਗੀਆਂ, ਜਿਹੜਾ ਕਿਸੇ ਨੱਚਣ ਵਾਲੀ ਕੋਲ ਆਉਣ ਜਾਣ, ਸ਼ਰਾਬਬਾਜ਼ੀ, ਉਹਦੇ ਬਾਰੇ ਉਹਨਾਂ ਨੇ ਖੂਬ ਲਿਖਿਆ। ਅਸੀਂ ਕਈ ਵਾਰੀ ਕਹਿੰਦੇ ਨਾ ਗਾਂਧੀ ਨੇ ਆਟੋਬਾਇਓਗ੍ਰਾਫੀ 'ਚ ਆਪਣੇ ਆਪ ਨੂੰ ਕਟੜੇ 'ਚ ਖੜਾ ਕੀਤਾ, ਸਾਡੇ ਕੋਲ ਸੋਹਣ ਸਿੰਘ ਭਗਨਾ ਦੀ ਮਿਸਾਲ ਵੀ ਹੈ। ਉਸਨੇ ਆਪਣੇ ਐਬ ਖੁੱਲ੍ਹ ਕੇ ਲੋਕਾਂ ਨੂੰ ਦੱਸੇ ਕਿ ਮੈਂ ਆ ਸੀ ਤੇ ਬਾਅਦ 'ਚ ਮੇਰੀ ਕਿਵੇਂ ਕਾਇਆਕਲਪ ਹੋਈ। ਇਹ ਲਿਖਣ ਲਈ ਵੀ ਹੌਸਲਾ ਚਾਹੀਦਾ, ਹਿੰਮਤ ਚਾਹੀਦੀ ਹੈ। ਬਿਲਕੁਲ ਜੀ। ਹਰ ਇੱਕ ਬੰਦਾ ਆਪਣੀ ਗੱਲ ਸੱਚਾਈ ਨਾਲ ਖੁੱਲ੍ਹ ਕੇ ਬੇਬਾਕੀ ਨਾਲ ਨਹੀਂ ਦੱਸ ਸਕਦਾ। ਜਿੱਥੋਂ ਤੱਕ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦੇ ਇਹ ਜੀਵਨ, ਸਮਾਜਿਕ ਕੰਮ, ਆਜ਼ਾਦੀ ਲਈ ਸੰਘਰਸ਼, ਲਿਖਤਾਂ ਦੇ ਬਾਰੇ, ਸਾਹਿਤਕ ਜੀਵਨ ਬਾਰੇ ਹੈ। ਆਖਰੀ ਸਮਾਂ ਉਹਨਾਂ ਦਾ ਜਿਹੜਾ ਹੈ, ਉਹਨਾਂ ਦੇ ਨਗਰ ਪਿੰਡ ਦੇ ਵਿਖੇ ਵਿਚਰਿਆ। ਉਸ ਤੋਂ ਬਾਅਦ ਉਹਨਾਂ ਨੇ ਸੰਸਥਾਵਾਂ ਵੀ ਸਥਾਪਿਤ ਕੀਤੀਆਂ, ਦੇਸ਼ ਭਗਤਾਂ ਦੀ ਯਾਦ ਦੇ ਵਿੱਚ ਹਾਲ ਸਥਾਪਿਤ ਕਰਨੇ। ਹੋਰ ਮੈਂ ਅੱਜ ਇਹ ਸੋਚਣਾ ਜਾਂ ਵਾਰ-ਵਾਰ ਵਿਚਾਰਨਾ, ਮਨ ਦੇ ਵਿੱਚ ਬਾਰ ਵਿਚਾਰਾਂ ਆਉਂਦੀਆਂ, ਸੋਚਦਾ ਕਿ ਕੀ ਸੱਚਮੁੱਚ ਜਿਹੜੇ ਉਹਨਾਂ ਦੇ ਸਥਾਪਿਤ ਕੀਤੇ ਸਥਾਨ ਨੇ ਜਾਂ ਜੋ ਉਹਨਾਂ ਨੇ ਸਾਡੇ ਲਈ ਪ੍ਰੇਰਨਾਵਾਂ ਦਿੱਤੀਆਂ, ਜਿਨ੍ਹਾਂ ਨੂੰ ਉਹਨਾਂ ਸਾਰਿਆਂ ਦੇ ਜਿਹੜੇ ਪੈਰੋਕਾਰ ਅਖਵਾ ਰਹੇ ਨੇ ਆਪੋ ਆਪਣੇ, ਕਿ ਉਹਨਾਂ ਦੇ ਨਿਸ਼ਾਨਿਆਂ 'ਤੇ ਉਹ ਵੀ ਚੱਲ ਰਹੇ ਨੇ। ਜਿੱਥੇ ਹਕੂਮਤਾਂ ਦੀ ਆਲੋਚਨਾ ਅਸੀਂ ਕਰ ਰਹੇ ਹਾਂ, ਉੱਥੇ ਉਹਨਾਂ ਲੋਕਾਂ ਨੂੰ ਵੀ ਬਕਾਇਦਾ ਤੌਰ 'ਤੇ ਇਸ ਲਈ ਜਵਾਬਦੇਹ ਹੋਣਾ ਪੈਣਾ। ਜਵਾਬ ਦੇ ਬਣਾਉਣਾ ਚਾਹੀਦਾ ਉਹਨਾਂ ਲੋਕਾਂ ਨੂੰ। ਸਾਨੂੰ ਜੇ ਅਸੀਂ ਦੇਸ਼ ਭਗਤ ਯਾਦਗਾਰ ਰਜਿੰਦਰ ਦੀ ਗੱਲ ਕਰ ਲਈਏ, ਉੱਥੇ ਜਿਵੇਂ ਬੀਜੇਪੀ ਦੇ ਆਗੂ ਦੀ ਉੱਥੇ ਤਾਜਪੋਸ਼ੀ ਹੋਈ ਹੈ, ਬੜੀ ਬੇਸ਼ਰਮੀ ਨਾਲ ਉਸ ਤੋਂ ਪਾਸਾ ਵਟਿਆ ਗਿਆ, ਕੋਈ ਜਵਾਬ ਤਲਬੀ ਨਹੀਂ ਹੋਈ, ਕੋਈ ਮਾਫੀ ਤੱਕ ਨਹੀਂ ਮੰਗੀ ਗਈ। ਇਹ ਕਹਿ ਦਿੱਤਾ ਗਿਆ ਪਤਾ ਨਹੀਂ ਲੱਗਾ। ਹਾਲਾਂਕਿ ਦੂਜੀ ਤੀਜੀ ਵਾਰੀ ਹੋਇਆ ਉੱਥੇ, ਪਹਿਲੀ ਵਾਰੀ ਨਹੀਂ ਹੋਇਆ। ਜਿਵੇਂ ਕਿ ਦੱਸਣ ਅਨੁਸਾਰ ਕਿ ਵੀ ਕੁਝ ਲੋਕਾਂ ਨੇ ਕਿਹਾ ਕਿ ਜਦੋਂ ਪੰਜਾਬ 'ਚ ਸਰਕਾਰੀ ਜ਼ਬਰ ਹੋਇਆ ਤਾਂ ਉੱਥੇ ਗੱਲ ਚੱਲੀ ਵੀ ਜਿਹੜੇ ਕੁਲਦੀਪ ਸਿੰਘ ਨੂੰ ਬੋਲਣ ਦਾ ਮੌਕਾ ਦਿਓ, ਉਹਨੂੰ ਰੋਕ ਦਿੱਤਾ ਗਿਆ ਤੇ ਬੀਜੇਪੀ ਦੇ ਆਗੂ ਦੀ ਤਾਜਪੋਸ਼ੀ ਬੇਸ਼ਰਮਾ ਉੱਥੇ ਹੋਣ ਦਿੱਤੀ ਗਈ। ਇਹ ਤੇ ਗੱਲ ਆ ਨਾ ਕੋਈ ਹੋਈ। ਫਿਰ ਮੈਂ ਆਪ ਇਸ ਗੱਲ ਦਾ ਗਵਾਹ ਹਾਂ। 2017 ਵਿੱਚ 1 ਨਵੰਬਰ ਨੂੰ ਜਦੋਂ ਗਦਰ ਪਾਰਟੀ ਦਾ ਪ੍ਰੋਗਰਾਮ ਉੱਥੇ ਮਨਾਇਆ ਜਾ ਰਿਹਾ, ਇੱਕ ਲਫ਼ਜ਼ 84 ਦੇ ਕਤਲੇਆਮ ਬਾਰੇ ਉੱਥੇ ਨਹੀਂ ਕਿਹਾ ਗਿਆ। ਹਾਲਾਂਕਿ ਉੱਥੇ ਸਿੱਖ ਭਾਈਚਾਰੇ ਦੀ ਬਹੁਤ ਗਿਣਤੀ ਹੈ ਔਰ ਉਹ ਹਮੇਸ਼ਾ 1 ਨਵੰਬਰ ਨੂੰ ਉਸ ਦੁਖਾਂਤ ਨੂੰ ਯਾਦ ਕਰਦੇ ਆ। ਤੁਸੀਂ ਸੈਕੂਲਰਿਜ਼ਮ ਦੀ ਗੱਲਾਂ ਤਾਂ ਕਰ ਰਹੇ ਹੋ, ਪਰ ਉੱਥੇ ਤੁਸੀਂ ਚੁੱਪ ਹੋ। ਸੋ ਕਈ ਤਰ੍ਹਾਂ ਦੇ ਸਵਾਲ ਤੁਹਾਡੇ ਮਨ 'ਚ ਖੜੇ ਹੁੰਦੇ ਨੇ ਕਿ ਇਹ ਕਿਸ ਕਿਸਮ ਦੀ ਸਿਆਸਤ ਚੱਲ ਰਹੀ ਉੱਥੇ। ਸੋ ਔਰ ਉਹਨਾਂ ਦੇ ਨਾਂ 'ਤੇ ਜਿਹੜੀਆਂ ਸੰਸਥਾਵਾਂ ਵੈਂਕੂਵਰ 'ਚ ਖੜੀਆਂ ਹੋਈਆਂ, ਉਹਨਾਂ ਦੀ ਵੀ ਦਿਲਚਸਪੀਆਂ ਇਹੋ ਜਿਹੀਆਂ। ਭਾਰਤੀ ਸਫੀਰਾਂ ਦੀ ਜਿਹੜੀ ਹੈ ਮੁੱਠੀ ਚਾਬੀ ਕਰਨੀ, ਉੱਥੋਂ ਦੇ ਆਏ ਲੀਡਰਾਂ ਦੀ, ਮੋਦੀ ਵਰਗਿਆਂ ਨੂੰ ਖਾਲਸਾ ਦਿਵਾਨ ਸੁਸਾਇਟੀ ਦੇ ਗੁਰੂ ਘਰ ਵਿੱਚ ਸਨਮਾਨਿਆ ਗਿਆ। ਇਹ ਗੱਲਾਂ ਦੱਸਦੀਆਂ ਨੇ ਕਿ ਇਹ ਗਦਰੀਆਂ ਦੀ ਸੋਚ ਦੇ ਕਾਤਲ ਨੇ। ਮੈਂ ਇੱਦਾਂ ਮਹਿਸੂਸ ਕਰਦਾ। ਜਿੱਥੇ ਬਾਬਾ ਸੋਹਣ ਸਿੰਘ ਭਕਨਾ ਦੇ ਉਹਨਾਂ ਸੁਪਨਿਆਂ ਦੇ ਸਾਕਾਰ ਕਰਨ ਜਾਂ ਉਹਨਾਂ ਦੀ ਜਿਹੜੀ ਵਿਜ਼ਨ ਸੀ, ਉਸ 'ਤੇ ਅਸੀਂ ਗੱਲ ਕਰਦੇ ਹਾਂ। ਉੱਥੇ ਅਸੀਂ ਕੈਨੇਡਾ ਦੇ ਮੌਜੂਦਾ ਸਮੇਂ ਜੋ ਕਿਰਸਾਨੀ ਸੰਘਰਸ਼ ਚੱਲ ਰਿਹਾ, ਉਸ ਦੀ ਰੋਲ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਹੁਣੇ ਜ਼ਿਕਰ ਕੀਤਾ ਕੈਨੇਡਾ ਦੇ ਵਿੱਚ ਕੁਝ ਬਕਾਇਦਾ ਪੁਸ਼ਟ ਪਨਾਹੀ ਕਰ ਰਹੇ ਆ ਉਸੇ ਫਾਸ਼ੀਵਾਦ ਦੀ, ਪਰ ਹੁਣ ਉਹਨਾਂ ਨੇ ਮੌਕਾ ਤਾੜ ਕੇ ਇਸ ਗੱਲ ਨੂੰ ਬਦਲਿਆ ਕਿ ਅਸੀਂ ਵੀ ਕਿਰਸਾਨੀ ਮੋਰਚੇ ਦੇ ਵਿੱਚ ਆਪਣਾ ਜਿਹੜਾ ਹਾਂ ਦਾ ਨਾਰਾ ਮਾਰ ਗਏ। ਉਹਨਾਂ ਦੀ ਜਿਹੜੀ ਆ ਉਸ ਗੱਲ ਨੂੰ ਜਦੋਂ ਇੱਕ ਪਾਸੇ ਰੱਖਦੇ ਹਾਂ, ਦੂਜੇ ਪਾਸੇ ਇਸ ਤੋਂ ਪਹਿਲਾਂ ਜੋ ਅਸਲ 'ਚ ਕਮਿਟਮੈਂਟ ਵਾਲੀ ਗੱਲ ਹੋਈ, ਉਹ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਵੱਖ-ਵੱਖ ਵਿਰੋਧੀ ਧਿਰਾਂ, ਉਹਨਾਂ ਨੇ ਇਹ ਗੱਲ ਫੈਸਲਾ ਕੀਤਾ ਕਿ ਕਿਸਾਨੀ ਮੋਰਚੇ ਲਈ ਜਿਹੜਾ ਪ੍ਰਦਰਸ਼ਨ ਹੈ, ਸ਼ਾਂਤਮਈ ਪ੍ਰਦਰਸ਼ਨ, ਉਹ ਹਰ ਕਿਸੇ ਦਾ ਹੱਕ ਹੈ ਤੇ ਯੂਨਾਈਟਿਡ ਨੇਸ਼ਨ ਵੀ ਇਸ ਗੱਲ 'ਤੇ ਬਜ਼ਿਦ ਹੈ ਕਿ ਇਹ ਹੋਣਾ ਚਾਹੀਦਾ। ਪਰ ਮੈਂ ਰਾਜਨੀਤਿਕ ਏਜੰਡੇ ਦੇ ਵਿੱਚ ਹੁਣ ਦੇਖ ਰਿਹਾ ਸੀ ਇੱਕ ਪ੍ਰਿੰਟ ਜਿਹੜਾ ਕਿ ਬਕਾਇਦਾ ਫਾਸ਼ੀਵਾਦੀ ਸੋਚ ਦੇ ਧਾਰਨੀ ਬੀਜੇਪੀ ਦਾ ਸਮਰਥਕ ਹੈ, ਇੱਕ ਮੈਗਜ਼ੀਨ, ਉਸ ਨੂੰ ਕੋਡ ਕਰਕੇ ਕੁਝ ਆਪਣੇ ਆਪ ਨੂੰ ਖੱਬੇ ਪੱਖੀ ਅਖਵਾਉਣ ਵਾਲੇ ਇਹ ਬਿਆਨਬਾਜ਼ੀ ਸ਼ੁਰੂ ਕਰ ਰਹੇ ਨੇ ਕਿ ਇਹ ਜਿਹੜੇ ਮਗਰਮੱਛ ਦੇ ਹੰਝੂ ਗਿਰਾਏ ਜਾ ਰਹੇ ਨੇ ਟਰੂਡੋ ਦੇ ਵੱਲੋਂ, ਇਹ ਜਿਹੜੇ ਕਿਰਸਾਨੀ ਮੋਰਚੇ ਦੀ ਹਮਾਇਤ ਕਰਨੀ, ਦੂਜੇ ਪਾਸੇ ਸਬਸਿਡੀਆਂ ਜਿਹੜੀਆਂ ਹਨ ਉਹਨਾਂ ਦੀ ਵਿਰੋਧਤਾ ਇਹਨਾਂ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਹੈ, ਇਹ ਕੇਵਲ ਜਿਹੜੇ ਵੋਟਰ ਹੈ, ਪੰਜਾਬੀ ਜਾਂ ਸਿੱਖ ਵੋਟਰ ਹੈ, ਉਹਨਾਂ ਨੂੰ ਖਿੱਚਣ ਦੀ ਇਹ ਚਾਲ ਚੱਲ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ, ਜਿਹੜੇ ਸਿਆਸਤਦਾਨ ਨੇ ਉਹ ਦੁੱਧ ਤਾਂ ਵੇਚਦੇ ਨਹੀਂਗੇ। ਉਹਨਾਂ ਦਾ ਕੰਮ ਹੈ ਵੋਟਾਂ ਲੈਣਾ, ਵੋਟਾਂ ਲੈ ਕੇ ਸੀਟਾਂ ਪੱਕੀਆਂ ਕਰਨੀਆਂ, ਸੀਟਾਂ ਪੱਕੀਆਂ ਕਰਕੇ ਆਪਣੀ ਪਾਲਿਸੀ ਲਾਗੂ ਕਰਨੀ। ਇਹ ਇੱਕ ਮਤਲਬ ਇਹ ਹੈ ਪ੍ਰੋਫੈਸ਼ਨ ਪੋਲੀਟਿਕਸ ਦਾ। ਤੇ ਇਹ ਤਾਂ ਕੋਈ ਮਤਲਬ ਸੈਂਸ ਨਹੀਂ ਬਣਦੀ ਇਹ ਕਹਿਣਾ ਕਿ ਵੀ ਉਹ ਵੋਟਾਂ ਦੀ ਸਿਆਸਤ ਕਰ ਰਹੇ। ਵੋਟਾਂ ਦੀ ਸਿਆਸਤ ਤਾਂ ਸਿਆਸਤਦਾਨ ਕਰਨੇ ਨੇ, ਕਰਨੀ ਹੀ ਕਰਨੀ ਹੈ।
ਵੋਟਾਂ ਦੀ ਸਿਆਸਤ ਟਰੰਪ ਵੀ ਕਰ ਰਿਹਾ, ਵੋਟਾਂ ਦੀ ਸਿਆਸਤ ਮੋਦੀ ਵੀ ਕਰ ਰਿਹਾ, ਵੋਟਾਂ ਦੀ ਸਿਆਸਤ ਟਰੂਡੋ ਵੀ ਕਰ ਰਿਹਾ। ਪਰ ਕਿਹਦੀ ਸਿਆਸਤ ਮਨੁੱਖਤਾ ਦੇ ਹੱਕ 'ਚ ਜਾ ਰਹੀ ਹੈ, ਕਿਹਦੇ ਵਿਰੋਧ 'ਚ ਜਾ ਰਹੀ ਹੈ, ਇਹਦਾ ਤਾਂ ਖੇੜਾ ਤਾਂ ਕਰ ਲਓ। ਇੱਕ ਪਾਸੇ ਟਰੰਪ ਹੈ ਜਿਹੜਾ ਕੰਧਾਂ ਖੜੀਆਂ ਕਰ ਰਿਹਾ, ਨਫ਼ਰਤ ਦੀ ਸਿਆਸਤ ਖੇਡ ਕੇ ਵੋਟਾਂ ਬਟੋਰ ਰਿਹਾ ਜੀ, ਬਹੁਤ ਗਿਣਤੀ ਦੀਆਂ। ਇੱਕ ਪਾਸੇ ਮੋਦੀ ਵੀ ਉਹੀ ਕੁਝ ਕਰ ਰਿਹਾ। ਇੱਕ ਪਾਸੇ ਟਰੂਡੋ ਹੈ ਜਿਹੜਾ ਘੱਟ ਗਿਣਤੀ ਦੀਆਂ ਸਿਸਕੀਆਂ ਸੁਣ ਕੇ ਨਾਲ ਖੜ ਗਿਆ, ਚਾਹੇ ਵੋਟਾਂ ਦੀ ਖਾਤਰ। ਇਹਦੇ ਵਿੱਚ ਤਾਂ ਤੁਹਾਨੂੰ ਫਰਕ ਕਰੋ ਥੋੜਾ ਜਿਹਾ। ਜਿਹੜੇ ਆਪਣੇ ਨੂੰ ਖੱਬੇ ਪੱਖੀ ਕਹਿੰਦੇ ਆ, ਜਿਹੜੇ ਕਹਿੰਦੇ ਅਸੀਂ ਤਾਂ ਰੀਅਲਿਸਟਿਕ ਲੋਕ ਆ, ਅਸੀਂ ਤਾਂ ਪਦਾਰਥਵਾਦੀ ਸੋਚ ਰੱਖਦੇ ਹਾਂ, ਤੇ ਪਦਾਰਥਵਾਦੀ ਨੁਕਤੇ ਨਿਗਾਹ ਤੋਂ ਹੀ ਗੱਲ ਕਰ ਲਓ ਕਿ ਇੱਕ ਜਿਹੜਾ ਪੋਲੀਟੀਸ਼ੀਅਨ ਘੱਟ ਗਿਣਤੀਆਂ ਦੇ ਹੱਕਾਂ ਲਈ ਖੜ ਗਿਆ ਔਰ ਇੱਥੋਂ ਤੱਕ ਹਾਲਾਤ ਪਹੁੰਚ ਗਏ ਕਿ ਮੋਦੀ ਸਰਕਾਰ ਕੈਨੇਡਾ ਦੇ ਦੂਤ ਨੂੰ ਸੱਦ ਕੇ ਝਾੜ ਪਾ ਰਹੀਆਂ ਹੋਣ, ਤੇ ਤੁਹਾਨੂੰ ਥੋੜੀ ਵੀ ਜੇ ਸ਼ਰਮ ਹੋਵੇ, ਤੁਸੀਂ ਘੱਟੋ ਘੱਟ ਕਹੋਗੇ ਇਸ ਗੱਲ ਤੇ ਆਪਾਂ ਟਰੂਡੋ ਦੇ ਨਾਲ ਖੜੇ ਹਾਂ। ਅਸੀਂ ਕਦੋਂ ਕਹਿੰਦੇ ਕਿ ਟਰੂਡੋ ਨੂੰ ਵੋਟਾਂ ਪਾਓ? ਇੱਥੇ ਤਾਂ ਆਪੋਜੀਸ਼ਨ ਪਾਰਟੀ ਨੇ ਵੀ ਸਟੈਂਡ ਲਿਆ, NDP ਨੇ ਵੀ ਸਟੈਂਡ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਸਟਿਨ ਟਰੂਡੋ ਤੋਂ ਤੁਸੀਂ ਕੀ ਭਾਲਦੇ ਹੋ ਜੀ? ਦੁਨੀਆ ਭਰ 'ਚ ਉਸਦਾ ਇਸ ਗੱਲੋਂ ਡੰਕਾ ਵੱਜਦਾ ਕੈਨੇਡਾ ਦਾ ਕਿ ਮਨੁੱਖੀ ਹੱਕਾਂ ਦਾ ਨੰਬਰਦਾਰ ਦੇਸ਼, ਮਨੁੱਖੀ ਹੱਕਾਂ ਦਾ ਸ਼ਰੇਆਮ ਘਾਣ ਹੋ ਰਿਹਾ ਤੇ ਉਹ ਨਾ ਬੋਲੇ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਇੱਥੇ ਵੱਡੀਆਂ ਰੈਲੀਆਂ ਹੋਈਆਂ ਜਿਹਦੇ ਕਰਕੇ ਟਰੂਡੋ ਨੂੰ ਵੀ ਬੋਲਣਾ ਪਿਆ, ਹਾਲਾਂਕਿ ਟਰੂਡੋ ਕੋਲ ਹੋਰ ਮੌਕੇ ਵੀ ਆਏ ਸੀ, ਕਸ਼ਮੀਰ ਵੇਲੇ ਵੀ ਬੋਲ ਸਕਦਾ ਸੀ, CA ਵੇਲੇ ਵੀ ਬੋਲ ਸਕਦਾ ਸੀ, ਨਹੀਂ ਬੋਲਿਆ। ਸਗੋਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਚੁੱਪੀ ਟੁੱਟੀ ਹੈ। ਪਹਿਲਾਂ ਤਾਂ ਚੁੱਪੀ ਪਸਰੀ ਹੋਈ ਸੀ ਨਾ, ਉਹ ਚੁੱਪੀ ਟੁੱਟ ਗਈ ਹੈ। ਉਹਦਾ ਕ੍ਰੈਡਿਟ ਇਹਨਾਂ ਨੂੰ ਬਣਦਾ ਕਿ ਚਲੋ ਕੈਨੇਡਾ ਸਰਕਾਰ ਨੇ ਬੋਲ ਕੇ ਅੱਜ ਉਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਆਂਦਾ ਜੀ, ਕਿ ਦੁਨੀਆ ਵੇਖ ਰਹੀ ਉਸ ਪਾਸੇ ਕਿ ਇੰਡੀਆ 'ਚ ਚੱਲ ਕੀ ਰਿਹਾ। ਸੋ ਜਿਹੜੇ ਘਰੇ ਬੈਠੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਜਾਂ ਤੇ ਤੁਸੀਂ ਐਡੇ ਇਨਕਲਾਬੀ ਹੋ ਤੇ ਜਾਓ ਫਿਰ ਬਸਤਰ ਦੇ ਜੰਗਲਾਂ 'ਚ ਸਿਰਾਂ ਦੇ ਕਫਨ ਬੰਨ ਲਓ, ਮਾਓਵਾਦੀਆਂ ਵਾਂਗੂ ਚੱਕੋ ਹਥਿਆਰ, ਫਿਰ ਤਾਂ ਅਸੀਂ ਤੁਹਾਨੂੰ ਮੰਨੀਏ। ਜਿਹੜੇ ਤਾਂ ਕਹਿੰਦੇ ਕਿ ਅਸੀਂ ਇਲੈਕਸ਼ਨ 'ਚ ਵਿਸ਼ਵਾਸ ਹੀ ਨਹੀਂ ਰੱਖਦੇ, ਇਲੈਕਸ਼ਨ ਦਾ ਪ੍ਰੋਸੈਸ ਜਿਹੜੀ ਪਾਰਲੀਮੈਂਟ ਹੈ ਜਾਂ ਵਿਧਾਨ ਸਭਾ, ਇਹ ਸੂਰਵਾੜੇ ਨੇ, ਉਹਨਾਂ ਦੀ ਸੋਚ ਹੈ। ਔਰ ਪਰ ਉਹ ਪ੍ਰੈਕਟੀਕਲੀ ਜਾਨ ਤਲੀ ਦੇ ਧਰ ਕੇ ਲੜ ਵੀ ਰਹੇ। ਜਾਂ ਤਾਂ ਜਾਓ ਉਹਨਾਂ ਦੇ ਨਾਲ ਖੜੋ, ਉਹ ਤੁਸੀਂ ਕਰਨ ਜੋਗੇ ਹੈ ਨਹੀਂ ਗੇ। ਘਰੇ ਬਹਿ ਕੇ ਡੰਗ ਚੋਬਾਂ, ਇਹ ਕੋਈ ਅਕਲ ਦਾ ਜਨਾਜ਼ਾ ਕੱਢਣ ਵਾਲੀਆਂ ਗੱਲਾਂ ਨੇ। ਫਿਰ ਦੂਜੀ ਗੱਲ ਕਿ ਜਿਹੜਾ ਟਰੂਡੋ ਆ, ਤੁਸੀਂ ਕੀ ਭਾਲਦੇ ਹੋ? ਕੋਈ ਟਰੂਡੋ ਕੋਈ ਕਮਿਊਨਿਸਟ ਲੀਡਰ? ਕੀ ਕੈਨੇਡਾ ਕਮਿਊਨਿਸਟ ਦੇਸ਼ ਹੈ? ਇੱਥੇ ਉਹ ਚੀਜ਼ਾਂ ਨਹੀਂ ਚੱਲ ਸਕਦੀਆਂ ਜਿਹੜੀਆਂ ਤੁਸੀਂ ਜਿਸ ਕਿਸਮ ਦੀ ਚਾਹੁੰਦੇ ਹੋ। ਮਨੁੱਖੀ ਹੱਕਾਂ ਦੇ ਨਾਤੇ ਪੁਲਿਸ ਨੇ ਜਿਹੜੀ ਬੇਹਯਾਈ ਵਿਖਾਈ ਕਿਸਾਨਾਂ ਦੇ ਨਾਲ, ਉਹਦੇ ਖਿਲਾਫ ਬੋਲਣਾ ਬਣਦਾ ਸੀ ਜੀ। ਉਹਦਾ ਸਵਾਗਤ ਕਰਨ ਦੀ ਬਜਾਏ ਅਸੀਂ ਇਹ ਭਾਲਦੇ ਹਾਂ ਕਿ ਟਰੂਡੋ ਹੁਣ ਸਬਸਿਡੀਆਂ ਦੇ ਕੋਈ ਸਟੈਂਡ ਲਵੇ। ਜਿਹੜੇ ਵਿਅਕਤੀ ਦੀ ਪਾਰਟੀ ਦੀ ਪੋਲਿਟਿਕਸ ਇੱਕ ਵੱਖਰੇ ਕਿਸਮ ਦੀ ਹੈ, ਉਹ ਤੋਂ ਤੁਸੀਂ ਕਿਵੇਂ ਆਸ ਕਰੋਗੇ? ਇਹੋ ਜਿਹੀ ਮੋਮੋ ਠੱਗਣੀਆਂ ਤੁਹਾਡੇ ਆਪਣੇ ਸਿਆਸਤਦਾਨ ਕਰ ਰਹੇ ਨੇ। ਆਮ ਆਦਮੀ ਪਾਰਟੀ ਵਾਲੇ, ਉਹ ਵੀ ਆਪਣੇ ਆਪ ਨੂੰ ਸਮਾਜਵਾਦੀ ਕਹਿੰਦੇ ਆ, ਉਹਨਾਂ ਨੇ ਇਸ ਗੱਲ ਦਾ ਬੜਾ ਗੁੱਸਾ ਮਨਾਇਆ। ਹੁਣ ਉਹ ਜਾ ਕੇ ਕਿਸਾਨਾਂ ਵਿੱਚ ਬੈਠੇ, ਹਾਲਾਂਕਿ ਸਬਸਿਡੀਆਂ ਦੇ ਉਹ ਵੀ ਮਤਲਬ ਦੇ ਬਾਰੇ ਉਹਨਾਂ ਦੀ ਪਹੁੰਚ ਵੀ ਖੱਬੇ ਪੱਖੀਆਂ ਨਾਲੋਂ ਬਿਲਕੁਲ ਭਿੰਨ, ਉੱਥੇ ਇਤਰਾਜ਼ ਕਰੋ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਅਸੀਂ ਕਈ ਵਾਰੀ ਬਹੁਤ ਜ਼ਿਆਦਾ ਐਕਸਪੈਕਟ ਕਰ ਲੈਂਦੇ ਹਾਂ, ਹਮੇਸ਼ਾ ਸੋਚਦੇ ਕਿ ਸਾਡੇ ਹਿਸਾਬ ਨਾਲ ਚੱਲਿਆ ਜਾਵੇ ਜੀ। ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ। ਅਸਿੱਧੇ ਢੰਗ ਨਾਲ ਜਿਹੜੇ ਕਥਨ ਨੇ, ਇਹ ਮੋਦੀ ਸਰਕਾਰ ਦੇ ਹੱਕ 'ਚ ਜਾਂਦੇ ਜੀ। ਮੋਦੀ ਵੀ ਇਹੀ ਕਹਿ ਰਿਹਾ, ਜਨਸੰਘੀ ਵੀ ਇਹੀ ਕਹਿ ਰਹੇ ਆ ਕਿ ਟਰੂਡੋ ਨੇ ਉੱਥੋਂ ਦੀ ਸਿੱਖ ਵੋਟਾਂ ਲੈਣ ਦੀ ਖਾਤਰ ਡਰਾਮਾ ਕੀਤਾ। ਤੇ ਅੱਜ ਖੱਬੇ ਪੱਖੀ ਕਹਾਉਣ ਵਾਲੇ ਵੀ ਜੇ ਇਹ ਗੱਲ ਕਹਿਣਗੇ, ਤਾਂ ਫਿਰ ਤਾਂ ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਤੁਸੀਂ ਵੀ ਉਹਨਾਂ ਦੇ ਕੈਂਪ 'ਚ ਖੜੇ ਹੋ, ਮੋਦੀ ਕਿਆਂ ਦੇ ਨਾਲ। ਫਿਰ ਵਿਰੋਧ ਕਾਹਦਾ? ਫਿਰ ਜੱਫੀਆਂ ਪਾਓ ਉਹਨਾਂ ਨੂੰ, ਰਹੋ ਸਿਸਟਮ ਦੇ ਵਿੱਚ, ਦੈਟਸ ਫਾਈਨ। ਬਜਾਏ ਇਸ ਗੱਲ ਦਾ ਸਵਾਗਤ ਕਰਨ ਦੇ ਕਿ ਅੱਜ ਕੈਨੇਡਾ ਦਾ PM ਬੋਲਿਆ, ਅੰਤਰਰਾਸ਼ਟਰੀ ਪੱਧਰ ਤੇ ਚੁੱਪੀ ਟੁੱਟ ਗਈ ਆ, ਸਾਡੀ ਲੜਾਈ ਦੇ ਵਿੱਚ ਜੋ ਇੱਕ ਧੱਕਾ ਹੋਇਆ ਉਸ ਦੇ ਖਿਲਾਫ ਉਹ ਬੋਲਿਆ। ਸਵਾਗਤ ਕਰਨ ਦੀ ਥਾਂ ਤੇ ਉਹਦੇ ਸਿਰ ਤੇ ਤੁਸੀਂ ਸੁਆਹ ਪਾ ਰਹੇ ਹੋ, ਔਰ ਸਾਰੇ ਪੋਲੀਟੀਸ਼ੀਅਨ ਨੂੰ ਇੱਕੋ ਤਕੜੀ ਦੀ ਤੋਲਣਾ, ਮੈਂ ਸਮਝਦਾ ਬਹੁਤ ਵੱਡੀ ਬੇਇਨਸਾਫੀ ਹੈ। ਜਿੱਥੇ ਇਹੋ ਜਿਹੀ ਸੋਚ ਦੇ ਧਾਰਨੀ ਲੋਕ ਨੇ, ਜਿਨ੍ਹਾਂ ਦੇ ਵੱਲੋਂ ਇਹੋ ਜਿਹੀਆਂ ਟਿੱਪਣੀਆਂ ਕਰਕੇ ਇੱਕ ਜਿਹੜਾ ਨਵਾਂ ਡਿਸਕੋਰਸ ਖੜਾ ਕੀਤਾ ਜਾ ਰਿਹਾ, ਜਿਸ ਦਾ ਮਕਸਦ ਹੀ ਇਹ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਕ ਪਾਸੇ ਫਾਸ਼ੀਵਾਦੀ ਜਿਹੜੀ ਇੰਡੀਅਨ ਸਟੇਟ ਹੈ, ਉਹ ਟਰੂਡੋ ਜਾਂ ਕੈਨੇਡਾ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਚੁੱਪ ਕਰਾਵੇ ਕਿ ਉਹ ਇਸ ਤਰ੍ਹਾਂ ਨਾ ਬੋਲਣ। ਦੂਸਰੇ ਪਾਸੇ ਇਹ ਲੋਕ ਵੀ ਉਹਨਾਂ ਦੀ ਹੁੰਗਾਰਾ ਭਰਦੇ ਹੋਏ ਕਿ ਇਹਨਾਂ ਨੂੰ ਵਾਰ-ਵਾਰ ਇਹੀ ਨਜ਼ਰ ਆਉਂਦਾ। ਮੈਂ ਇਸ ਗੱਲ 'ਤੇ ਹੈਰਾਨ ਹੈ ਕਿ ਜੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਵੇਲੇ ਸੰਘਰਸ਼ ਚੱਲ ਰਿਹਾ, ਕਿਸਾਨੀ ਮੋਰਚੇ ਦੇ ਹੱਕ 'ਚ ਸੰਘਰਸ਼ ਚੱਲ ਰਿਹਾ, ਤੁਸੀਂ ਉਹਨਾਂ ਨੂੰ ਤਾਰ-ਪੀੜੋ ਕਰਨ ਦੇ ਵਾਸਤੇ ਸਿਰਫ ਇਸ ਕਰਕੇ ਕਿ ਉਹਨਾਂ 'ਚ ਵੱਡੀ ਗਿਣਤੀ ਦੇ ਸਿੱਖ ਲੋਕ ਸੰਘਰਸ਼ 'ਚ ਆ ਰਹੇ ਨੇ, ਇਸ ਕਰਕੇ ਲੱਗੇ ਹੋਏ ਹੋ। ਅਤੇ ਇੱਥੋਂ ਤੱਕ ਵੀ ਹੁਣ ਇਹਨਾਂ ਲੋਕਾਂ ਨੇ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਟਰੂਡੋ ਦੇ ਜਾਂ ਕੈਨੇਡਾ ਸਰਕਾਰ ਦੇ ਉੱਪਰ ਦਬਾਅ ਬਣਾਉਣ ਲਈ ਕਿ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ, ਰੈਲੀਆਂ ਦੇ ਵਿੱਚ ਵੀ ਕੀ ਬੋਲਿਆ ਜਾਏ, ਕੀ ਕਥਨ ਕੀਤੇ ਜਾਣ, ਜਾਂ ਕਿਹੜੀ ਆਪਣੀ ਖਾਸ ਏਜੰਡੇ ਦੀ ਨੁਕਤਾ ਬਣਾ ਕੇ ਚੱਲਿਆ ਜਾਏ, ਇਹ ਵੀ ਪੁਲਿਸ ਨੂੰ ਉਸ ਦੇ ਨਿਰਦੇਸ਼ ਦੇ ਅਨੁਸਾਰ ਜਿਹੜੇ ਚੱਲ ਰਹੇ ਨੇ। ਇਹ ਬਹੁਤ ਵੱਡਾ ਇਹ ਸਨਸਨੀਖੇਜ਼ ਖੁਲਾਸਾ ਹੋ ਰਿਹਾ। ਸਰੀ ਦੇ ਵਿੱਚ ਦੇਖੋ 2 ਰੈਲੀਆਂ ਕੈਂਸਲ ਹੋਈਆਂ, ਇੱਕ ਆ ਬੀਤ ਗਏ ਸ਼ਨੀਚਰਵਾਰ ਨੂੰ ਹੋਣੀ ਸੀ, ਇੱਕ ਐਤਵਾਰ ਨੂੰ ਹੋਣੀ ਸੀ। ਐਤਵਾਰ ਦੀ ਰੈਲੀ ਪਾਕਿਸਤਾਨ ਨੇ ਕੱਢਣੀ ਸੀਗੀ, ਦੋਨੇ ਰੈਲੀਆਂ ਪੋਸਟਪੋਨ ਹੋਈਆਂ। ਹੋਇਆ ਕਿ RCMP ਦੀ ਕੁਝ ਸਾਡੇ ਇੱਥੋਂ ਦੇ ਖੌਤੀ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਰੈਲੀ ਬਾਰੇ,
ਉਹਦੇ 'ਚ ਜਿਹੜੇ ਮਿੰਟਸ ਨੇ ਉਹ ਬਾਹਰ ਆਏ ਨੇ। ਹਾਂ, ਮਿੰਟਸ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਰੈਲੀ ਦੇ ਵਿੱਚ ਬਾਕੀ ਚਲੋ ਠੀਕ ਆ, ਮੰਨ ਲਿਆ ਕੋਵਿਡ-19 ਦੀਆਂ ਸ਼ਰਤਾਂ ਕਿਹੜੀਆਂ ਨੇ ਜੀ, ਉਸ ਦੀ ਅਵਗਿਆ ਨਹੀਂ ਹੋਣੀ ਚਾਹੀਦੀ, ਅਸੀਂ ਸਾਰੇ ਮੰਨਦੇ ਹਾਂ। ਬਿਲਕੁਲ ਸਹੀ ਹੈ। ਕੋਈ ਗੈਰ ਜ਼ਿੰਮੇਵਾਰ ਵਿਅਕਤੀ ਹੋਊਗਾ ਜਿਹੜਾ ਨਾ ਮੰਨੇ, ਜਾਂ ਐਂਟੀ ਮਾਸਕ ਰੈਲੀ ਹੋ ਰਹੀ ਹੋਵੇ ਤਾਂ ਤੁਸੀਂ ਵਿਰੋਧ ਕਰੋ ਕਿ ਮਾਸਕਾਂ ਦੇ ਖਿਲਾਫ ਜਿਹੜੀ ਰੈਲੀ ਕਰ ਰਹੇ ਜੁਰਮਾਨੇ ਲਾਵਾਂਗੇ। ਰੈਲੀ ਕਿਸਾਨਾਂ ਬਾਰੇ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਠੀਕ ਹੈ ਤੁਸੀਂ ਕਾਰਾਂ ਜੇ ਕੱਢਣੀਆਂ, ਕਿੰਨੀਆਂ ਕਾਰਾਂ ਹੋਣ, ਕਿੰਨੇ ਪ੍ਰਬੰਧਕ ਹੋਣ, ਦੂਰੀ ਕਿਵੇਂ ਬਣਾਈ ਰੱਖੀ ਜਾਵੇ, ਇੱਕ ਗੱਡੀ 'ਚ ਇੱਕ ਮਤਲਬ ਡਰਾਈਵਰ ਹੋਵੇ, ਹੈਂਡ ਸੈਨੀਟਾਈਜ਼ਰ ਹੋਣੇ ਚਾਹੀਦੇ, ਮਾਸਕ ਹੋਣੇ ਚਾਹੀਦੇ, ਸਾਰੀ ਗੱਲਾਂ ਮੰਨ ਲਈ। ਪਰ ਉਹ 'ਚ ਇਹ ਲਿਖਿਆ ਗਿਆ ਕਿ ਖਾਲਿਸਤਾਨ ਦੇ ਉੱਥੇ ਬੈਨਰ ਨਾ ਹੋਣ, ਏਜੰਡਾ ਸਿਰਫ ਕਿਸਾਨੀ ਦਾ ਹੀ ਹੋਵੇ, ਬੁਲਾਰੇ ਕੀ ਬੋਲਣ ਪਹਿਲਾਂ ਦੱਸਿਆ ਜਾਵੇ। ਕਮਾਲ ਦੀ ਗੱਲ ਆ। ਇਹ ਖੁੱਲ੍ਹੇ ਡੁੱਲੇ ਮਾਹੌਲ 'ਚ ਅਸੀਂ ਰਹਿੰਦੇ ਹਾਂ, ਇਹ ਸ਼ਰਤਾਂ ਕਦੋਂ ਤੋਂ ਲੱਗਣ ਲੱਗ ਪਈਆਂ? ਨਾਲੇ ਪੁਲਿਸ ਕਾਨੂੰਨ ਦੀ ਸ਼ਰਤਾਂ ਲਾਉਣ ਵਾਲੀ, ਤੇ ਜੇ ਪ੍ਰਬੰਧਕਾਂ ਵੱਲੋਂ ਗੱਲ ਹੋਈ ਹੈ ਉਹ ਹੋਰ ਵੀ ਮਾੜੀ ਹੈ। ਇਹਦਾ ਮਤਲਬ ਪ੍ਰਬੰਧਕ ਕਿਸੇ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਆ। ਇਸ ਸਮੇਂ ਦੇਖੋ 2 ਰੈਲੀਆਂ ਦੇ ਕੈਂਸਲ ਹੋਣ ਦਾ ਸਿੱਧਾ ਮਤਲਬ ਇਹ ਆ ਕਿ ਮੋਦੀ ਸਰਕਾਰ ਦਾ ਫਾਇਦਾ ਹੋਇਆ। ਉਹ ਤਾਂ ਚਾਹੁੰਦੇ ਨੇ ਕਿ ਬਾਹਰ ਰੈਲੀਆਂ ਬੰਦ ਹੋਣ। ਉਹਦਾ ਇੱਕੋ ਢੰਗ ਆ ਕਿ ਰੈਲੀਆਂ ਨੂੰ ਤਾਰਪੀੜੋ ਕਰੋ, ਉਹਦੇ ਵਿੱਚ ਦੁਫੇੜ ਪੈਦਾ ਕਰ ਦਿਓ। ਸੋ ਇਹ ਜਿਹੜੀਆਂ ਸਾਹਮਣੇ ਗੱਲਾਂ ਆ ਰਹੀਆਂ, ਮੈਂ ਤਾਂ ਇੱਕੋ ਅਪੀਲ ਕਰੂੰਗਾ ਲੋਕਾਂ ਨੂੰ ਕਿ ਇਹ ਮਸਲਾ ਇਕੱਲੇ ਖਾਲਿਸਤਾਨੀਆਂ ਦਾ, ਇਕੱਲੇ ਖੱਬੇ ਪੱਖੀਆਂ ਦਾ ਨਹੀਂ ਹੈ ਜੀ, ਇਹ ਸਮੁੱਚੀ ਕਿਸਾਨੀ ਦਾ ਮਸਲਾ ਹੈ। ਐਮਰਜੈਂਸੀ ਦੀ ਲੜਾਈ ਵਿੱਚ ਦਮਦਮੀ ਟਕਸਾਲ, RSS, ਮਾਰਕਸੀਏ ਜੇ ਇਕੱਠੇ ਨਿੱਤਰ ਸਕਦੇ ਆ ਤੇ ਅੱਜ ਕੀ ਪਰੇਸ਼ਾਨੀ ਹੈ? ਅੱਜ ਕੀ ਪਰੇਸ਼ਾਨੀ ਹੋ ਗਈ? ਸੋ ਇਹ ਜਿਹੜਾ ਸੰਘਰਸ਼ ਇਸ ਕਰਨਾ ਜਿਸ ਹਰ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਸ਼ਾਮਲ ਨੇ ਜੀ। ਸੋ ਇਕੱਠੇ ਹੋ ਕੇ ਵੱਡੇ ਤੋਂ ਵੱਡੀਆਂ ਰੈਲੀਆਂ ਕੱਢੀਆਂ ਜਾਣ ਤਾਂ ਜੋ ਇਹ ਮੁੱਦਾ ਮਰੇ ਨਾ। ਬਾਕੀ ਕੋਵਿਡ ਦੀ ਸ਼ਰਤਾਂ ਦੀ ਪਾਲਣਾ ਹੋਵੇ, ਅਸੀਂ ਕਹਿੰਦੇ ਹਾਂ, ਪਰ ਇਹ ਦਖਲਅੰਦਾਜ਼ੀ ਜਿਹੜੀ ਹੋ ਰਹੀ ਹੈ, ਮੈਨੂੰ ਪੂਰਾ ਸ਼ੱਕ ਹੈ ਕਿ ਇਸ ਦੇ ਵਿੱਚ ਭਾਰਤੀ ਏਜੰਸੀਆਂ ਦੇ ਉਸਦੇ ਜਸੂਸ ਕੰਮ ਕਰ ਰਹੇ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਔਰ ਅਫਸੋਸ ਦੀ ਗੱਲ ਕਿ ਅਸੀਂ ਰੈਲੀਆਂ ਕੱਢਦੇ ਸੀਗੇ, ਅਸੀਂ ਪਟੀਸ਼ਨਾਂ ਕੀਤੀਆਂ ਸਾਈ ਬਾਬੇ ਲਈ, ਸਾਨੂੰ ਅਫਸੋਸ ਸੀ ਕਿ ਟਰੂਡੋ ਕਿਉਂ ਨਹੀਂ ਬੋਲਿਆ, ਕੈਨੇਡਾ ਸਰਕਾਰ ਕਿਉਂ ਨਹੀਂ ਬੋਲੀ। ਅੱਜ ਕਿਸਾਨਾਂ ਦੇ ਮਸਲੇ 'ਤੇ ਬੋਲ ਪਏ ਆ ਤੇ ਅਸੀਂ ਤੁਹਾਡੇ ਨਾਲ ਖੜ ਕੇ ਉਹਨਾਂ ਸਿਰ 'ਤੇ ਸਵਾਹ ਪਾ ਦਈਏ, ਇਹਦਾ ਕੀ ਮਤਲਬ ਹੋਇਆ ਗੱਲ ਦਾ? ਫਿਰ ਸਾਡੀ ਪਟੀਸ਼ਨਾਂ ਕੱਢਣ ਦਾ ਵੀ ਕੀ ਫਾਇਦਾ ਜੇ ਅਸੀਂ ਮਤਲਬ ਇਹ ਚਾਹੁੰਦੇ ਨਹੀਂ ਕਿ ਇੱਥੋਂ ਦੀਆਂ ਸਰਕਾਰਾਂ ਬੋਲਣ। ਫਿਰ ਘਰੇ ਬਹਿ ਜਾਓ, ਫਿਰ ਰੈਲੀਆਂ ਕੱਢਣ ਦੀ ਵੀ ਕੀ ਲੋੜ ਹੈ? ਸੋ ਇਹ ਜਿਹੜਾ ਇਹ ਚੱਲ ਪਿਆ ਨਾ ਕਿ ਵੀ ਜਿਹਦੇ ਮੂੰਹ ਜੋ ਆਇਆ ਬੋਲੀ ਜਾ ਰਿਹਾ ਸੀ, ਉਹ ਗੱਲਾਂ ਮੁਨਾਸਿਬ ਨਹੀਂ ਗੀਆਂ। ਇਹਨਾਂ ਨੂੰ ਬਹਿ ਕੇ ਠੰਡੇ ਦਿਮਾਗ ਨਾਲ ਸੋਚਣਾ ਪਊਗਾ ਕਿ ਸਾਡਾ ਸਾਂਝਾ ਮਸਲਾ ਆ, ਸਾਡੇ ਆਪਣੇ ਦ੍ਰਿਸ਼ਟੀਕੋਣ ਹੋ ਸਕਦੇ ਆ। ਫਿਲਹਾਲ ਅਸੀਂ ਇਕੱਠੇ ਹਾਂ। ਇੱਕ ਵਾਰੀ ਤਾਂ ਤੁਸੀਂ ਕੋਈ ਆਪਣਾ ਦੱਸੋ ਮੋਦੀ ਸਰਕਾਰ ਨੂੰ ਕਿ ਅਸੀਂ ਜਾਗਦੇ ਹਾਂ, ਅਸੀਂ ਇਨਸਾਫ ਚਾਹੁੰਦੇ ਹਾਂ, ਅਸੀਂ ਭਾਰਤ ਦੇ ਉਹਨਾਂ ਲੋਕਾਂ ਨਾਲ, ਉਹਨਾਂ ਬਜ਼ੁਰਗ ਕਿਸਾਨਾਂ ਨਾਲ ਖੜੇ ਜਿਹੜੇ ਦਿੱਲੀ ਦੀਆਂ ਸੜਕਾਂ 'ਤੇ ਰੁੜ ਰਹੇ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਅੱਜ ਤੱਕ ਇਹ ਨਹੀਂ ਹੋਇਆ ਕਿ ਜਿਹੜੀ ਕੋਈ ਵੀ ਪੁਲਿਸ ਹੈ, ਅਧਿਕਾਰੀ ਹੈ, ਕੋਵਿਡ ਦੇ ਮਹੱਤਵ ਦੇ ਕਾਰਨ ਇਹ ਗੱਲ ਦਾ ਫੈਸਲਾ ਕਰੇ ਕਿ ਤੁਸੀਂ ਕਿਹੜੇ ਨਾਅਰੇ ਲਾਉਣੇ ਆ, ਕੀ ਬਿਆਨ ਦੇਣਾ, ਕੀ ਬੋਲਣਾ। ਸ਼ਾਂਤਮਈ ਪ੍ਰਦਰਸ਼ਨ ਦਾ ਇੱਕ ਬੁਨਿਆਦੀ ਸ਼ਰਤ ਹੁੰਦੀ ਹੈ ਕਿ ਹਿੰਸਾ ਨਹੀਂ ਹੋਣੀ ਚਾਹੀਦੀ, ਕੋਵਿਡ ਦੀ ਬੁਨਿਆਦੀ ਸ਼ਰਤ ਹੈ। ਪਰ ਇਹ ਬਾਕਾਇਦਾ ਤੌਰ 'ਤੇ ਜਿਹੜੇ ਕੈਨੇਡਾ ਦੇ ਮਗਰਮੱਛ ਦੇ ਹੰਝੂਆਂ ਦੇ ਇਹੋ ਜਿਹਾ ਡਿਸਕੋਰਸ ਖੜਾ ਕਰਦੇ ਨੇ, ਇਹ ਉਹਨਾਂ ਦੀ ਰੂਹ ਨੂੰ ਹੁਣ ਸ਼ਾਂਤੀ ਮਿਲ ਜਾਏਗੀ ਜਿਹੜੇ ਇਸ ਤਰ੍ਹਾਂ ਚਾਹੁੰਦੇ ਨੇ। ਪਰ ਦੂਜੇ ਪਾਸੇ ਅਸੀਂ ਵਾਪਸੀ ਉੱਥੇ ਹੀ ਕਿਸਾਨੀ ਮੋਰਚੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਗੱਲ ਦੇ ਵਿੱਚ ਇਹ ਅੰਕਿਤ ਕਰਦੇ ਹਾਂ ਕਿ ਕਿਸਾਨੀ ਆਗੂ ਸਨ। ਇੱਥੋਂ ਤੱਕ ਕਿ ਕਿਸਾਨੀ ਲਹਿਰ ਜਦੋਂ ਪਹਿਲੀ ਕਿਸਾਨੀ ਲਹਿਰ ਚੱਲੀ ਤਾਂ ਬਾਬਾ ਵਿਸਾਖਾ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਉਹਦੇ ਆਗੂ ਸਨ, ਬਾਬਾ ਸੋਹਣ ਸਿੰਘ ਉਹਦੇ ਆਗੂ ਸਨੇ ਗਦਰੀ, ਬਕਾਇਦਾ ਲਿਖਤੀ ਤੌਰ 'ਤੇ ਪਹਿਲੀ ਸਭਾ ਦੇ ਮੁਖੀ ਵੀ ਸਨ, ਪਹਿਲੀ ਕਿਸਾਨ ਸੰਸਥਾ ਦੇ। ਹੁਣ ਜਦੋਂ ਅੱਜ ਦਿੱਲੀ ਦੇ ਵਿੱਚ ਸਰਕਾਰ ਮੰਨ ਨਹੀਂ ਰਹੀ, ਇਹ ਲੜ ਰਹੇ ਨੇ, ਤਾਂ ਹੁਣ ਇੱਕ ਹੋਰ ਨਵਾਂ ਪੈਂਤਰਾ ਸ਼ੁਰੂ ਕੀਤਾ ਕਿ ਹੋਰ ਨਹੀਂ ਤਾਂ ਹੁਣ ਇਹ ਫੈਸਲਾ ਕਰੋ ਕਿ ਇਸ ਝੰਡੇ ਨੂੰ ਜਿਹੜਾ ਹੈ, ਤਿਰੰਗੇ ਨੂੰ, ਇਹਨੂੰ ਹਾਈਲਾਈਟ ਕੀਤਾ ਜਾਏ, ਇਹਦੇ ਅਨੁਸਾਰ ਸਾਰੀਆਂ ਰੈਲੀਆਂ ਕੱਢੀਆਂ ਜਾਣ। ਫਿਰ ਉੱਥੇ ਇਹ ਗੱਲ ਸ਼ੁਰੂ ਕਰ ਦਿੱਤੀ ਕਿ ਜਿਹੜੇ ਬਾਕੀ ਝੰਡੇ ਆ ਕੇਸਰੀ ਝੰਡਾ, ਇਸ ਨੂੰ ਟਰਾਲੀਆਂ ਤੋਂ ਲਾਹਿਆ ਜਾਏ। ਫਿਰ ਵਿੱਚੇ ਸ਼ੁਰੂ ਕਰ ਦਿੱਤਾ ਕਿ ਇਹ ਜਿਹੜਾ ਵੱਖਰੇ ਕਿਸਮ ਦਾ ਜਿਹੜਾ ਹੈ ਉਸ ਨੂੰ ਇੱਕ ਰੂਪ ਦਿੱਤਾ ਜਾਏ ਤਾਂ ਸਾਡੇ ਕੁੱਟ ਨਹੀਂ ਪਏਗੀ। ਸ਼ਾਹੀਨ ਬਾਗ ਦੇ ਵਿੱਚ ਵੀ ਤਾਂ ਤਿਰੰਗੇ ਹੀ ਸੀ, ਹੋਰਾਂ ਥਾਵਾਂ 'ਤੇ ਵੀ ਤਿਰੰਗੇ ਸੀ, ਅੱਜ ਰਾਜਸਥਾਨ ਦੇ ਵਿੱਚ ਵੀ ਤਿਰੰਗੇ ਸੀ, ਉੱਥੇ ਵੀ ਕੁੱਟੇ ਗਏ ਨੇ। ਗੱਲ ਇਹ ਕਿ ਤਿਰੰਗੇ ਵਾਲੀ ਗੱਲ ਤਾਂ ਕਿਸੇ ਕੰਮ ਦੀ ਹੈ ਨਹੀਂ, ਉਹ ਤਾਂ ਸਿਰਫ ਰਾਸ਼ਟਰਵਾਦੀਆਂ ਨੂੰ ਖੁਸ਼ ਕਰਨ ਲਈ ਜਾਂ ਰਾਸ਼ਟਰਵਾਦੀਆਂ ਤੋਂ ਚੰਬ ਬਚਾਉਣ ਲਈ ਇੱਕ ਢਕਵਾਂਜ ਹੈ ਜੀ। ਸ਼ਾਹੀਨ ਬਾਗ 'ਚ ਮੁਸਲਮਾਨਾਂ ਨੇ ਵੀ ਤਿਰੰਗੇ ਚੁੱਕੇ ਸੀਗੇ, ਕੀ ਉਹਨਾਂ ਨੂੰ ਬਖਸ਼ ਦਿੱਤਾ ਗਿਆ? ਕਿ ਉਹਨਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਗਿਆ? ਕਿ ਉਹਨਾਂ ਨੂੰ ਦੇਸ਼ ਭਗਤ ਹੋਣ ਦੇ ਸਰਟੀਫਿਕੇਟ ਦਿੱਤੇ ਗਏ ਸੀਗੇ? ਫਿਰ ਤੁਸੀਂ ਕਿਹਨਾਂ ਨੂੰ ਖੁਸ਼ ਕਰਨਾ ਚਾਹ ਰਹੇ ਹੋ? ਹਰੇਕ ਕੋਈ ਜਿਹੜਾ ਵੀ ਰੈਲੀ 'ਚ ਸ਼ਾਮਿਲ ਹੋਇਆ, ਨਿਰੋਲ ਕਿਸਾਨੀ ਮੁੱਦੇ 'ਤੇ ਸ਼ਾਮਿਲ ਹੋਇਆ, ਕਿਸਾਨੀ ਦਾ ਝੰਡਾ ਮੌਜੂਦ ਹੈ, ਚੱਕ ਲਓ ਜੀ। ਜੇ ਕਿਸੇ ਨੂੰ ਲੱਗਦਾ ਕਿ ਨਹੀਂ ਸਾਡੀ ਸਿੱਖੀ ਸਪਿਰਿਟ ਸਾਨੂੰ ਬਲ ਦਿੰਦੀ ਹੈ, ਨਿਸ਼ਾਨ ਸਾਹਿਬ ਚੱਕ ਲਓ। ਜਿਹੜੇ ਇੰਡੀਆ ਦੀ ਫੌਜ ਸਿੱਖ ਰੈਜੀਮੈਂਟ, ਉੱਥੇ ਵੀ ਤਾਂ ਨਿਸ਼ਾਨ ਸਾਹਿਬ ਝੂਲਦਾ, ਦੱਸੋ ਤੇ ਤੁਹਾਨੂੰ ਕੀ ਤਕਲੀਫ? ਜਿਹਨੂੰ ਕਮਿਊਨਿਸਟ ਝੰਡੇ ਤੋਂ ਤਸਕੀਨ ਮਿਲਦੀ ਉਹ ਕਮਿਊਨਿਸਟ ਝੰਡਾ ਚੁੱਕ ਲਵੇ। ਤਿਰੰਗੇ ਚੁੱਕ ਕੇ ਜਿਹੜੇ ਰਾਸ਼ਟਰਵਾਦੀ ਨੂੰ ਖੁਸ਼ ਤੁਸੀਂ ਕਰਨਾ ਚਾਹ ਰਹੇ ਹੋ, ਉਹ ਤੁਹਾਡੇ ਤੋਂ ਖੁਸ਼ ਨਹੀਂ ਹੋਣਗੇ। ਉਹਨਾਂ ਨੇ ਤੁਹਾਨੂੰ ਪਹਿਲਾਂ ਹੀ ਆਪਣਾ ਦੁਸ਼ਮਣ ਮਿੱਥਿਆ ਹੋਇਆ। ਸੋ ਆਪਣੇ ਆਪ ਨੂੰ ਗਲਤਫਹਿਮੀਆਂ 'ਚ ਰੱਖਣਾ ਬੰਦ ਕਰ ਦਿਓ
ਅੱਜ ਦੀ ਤਰੀਕ ਵਿੱਚ ਰਾਸ਼ਟਰਵਾਦ ਦੀ ਗੱਲ ਕਰਕੇ ਉਹਨਾਂ ਰਾਸ਼ਟਰਵਾਦੀ ਨੂੰ ਅਸੀਂ ਹੋਰ ਜ਼ਿਆਦਾ ਮਜ਼ਬੂਤ ਕਰ ਰਹੇ ਹਾਂ ਜਿਹੜੇ ਪਹਿਲਾਂ ਹੀ ਤੁਹਾਨੂੰ ਮੁਖਤਾਰਾਂ ਚੋਂ ਕੱਢ ਕੇ ਬਾਹਰ ਬੈਠੇ ਹੋਏ। ਉਹਨਾਂ ਨੂੰ ਖੁਸ਼ ਕਰਨ ਦੀ ਬਜਾਏ ਆਪਣੀ ਵੰਨ-ਸੁਵੰਨਤਾ ਨੂੰ ਬਚਾ ਲਓ, ਇਹ ਤੁਹਾਡੇ ਲਈ ਬਿਹਤਰ ਹੋਏਗਾ, ਮੇਰਾ ਇਸ ਤਰ੍ਹਾਂ ਮੰਨਣਾ। ਜਿੱਥੇ ਵੰਨ-ਸੁਵੰਨਤਾ ਦੀ ਤਾਕਤ ਬਣਦੀ ਹੈ, ਉਹਦਾ ਸੁਮੇਲ ਬਣਦਾ ਹੈ ਤੇ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਸਾਰੇ ਵਿਰੋਧੀ ਹੈ, ਉੱਥੇ ਇੱਕ ਰੰਗ ਦੇ ਵਿੱਚ ਰੰਗਣ ਦਾ ਇੱਕ ਉਹੀ ਫਾਸ਼ੀਵਾਦੀ ਏਜੰਡਾ ਉਹਨਾਂ ਦਾ ਪੂਰਾ ਹੁੰਦਾ। ਉਹ ਵੀ ਤਾਂ ਇਹ ਕਹਿ ਰਹੇ ਨੇ ਹੁਣ ਬਾਰ-ਬਾਰ ਭਾਗਵਤ ਜਿਹੜਾ ਇਹ ਬਿਆਨ ਦੇ ਰਿਹਾ, ਜਿਸ ਦੀ ਸਰਕਾਰ ਬਕਾਇਦਾ ਤੌਰ 'ਤੇ ਹਿੰਦੂ ਰਾਸ਼ਟਰ ਬਣਾਉਣਾ, ਗਠਨ ਕਰਨਾ ਚਾਹੁੰਦੀ ਹੈ, ਉਹ ਕਹਿੰਦਾ ਹਿੰਦੂ ਜਿਹੜਾ ਹੈ ਉਹ ਭਾਰਤ ਦਾ ਸਰਕਾਰ ਦਾ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਸਕਦਾ। ਉਹ ਇਸ ਗੱਲ ਨੂੰ ਬਿਆਨ ਕਰ ਰਿਹਾ, ਉਹ ਇਹ ਕਹਿ ਰਿਹਾ ਕਿ ਸਾਰਾ ਦੇਸ਼ ਹੈ ਜਿਹੜਾ ਇਹ ਹਿੰਦੂ ਰਾਸ਼ਟਰ ਹੈ ਅਤੇ ਇੱਥੇ ਰਹਿਣ ਵਾਲੇ ਸਾਰੇ ਇੱਕੋ ਹੀ ਧਰਮ ਦੇ ਅਨੁਸਾਰ ਹੋਣਗੇ ਹਿੰਦੂ। ਹੁਣ ਜਦੋਂ ਤੁਸੀਂ ਇਹੋ ਜਿਹੇ ਏਜੰਡੇ ਨੂੰ ਲੈ ਕੇ ਚੱਲਦੇ ਹੋ, ਜਦ ਕਿ ਅਸੀਂ ਜੇ ਕਹਿੰਦੇ ਹਾਂ ਕਿ ਕੈਨੇਡਾ ਦਾ ਆਪਣਾ ਝੰਡਾ, ਫਿਰ ਸੂਬੇ ਦਾ ਆਪਣਾ ਝੰਡਾ, ਤਾਂ ਮੈਨੂੰ ਲੱਗਦਾ ਕਿ ਜਦੋਂ ਸਿੱਖ ਰਾਜ ਸਥਾਪਿਤ ਹੋਇਆ, ਪੰਜਾਬ ਦੀ ਧਰਤੀ 'ਤੇ ਪਹਿਲਾ ਵਾਹਦ ਆਪਣਾ ਰਾਜ ਸੀ ਜਿਹੜਾ ਕਿਰਸਾਨੀ ਰਾਜ ਸੀ, ਹਲਵਾਕਾਂ ਦਾ ਰਾਜ ਸੀ, ਅਤੇ ਉਹ ਇਹੀ ਝੰਡਾ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ। ਅਤੇ ਇੱਕ ਸੂਬਾਈ ਪੱਧਰ 'ਤੇ ਆਪਣੀ ਇੱਕ ਆਇਡੈਂਟਿਟੀ ਵੀ ਹੈ, ਅਤੇ ਦੂਸਰੇ ਪਾਸੇ ਜਿਹੜਾ ਕਿਰਸਾਨੀ ਸੰਘਰਸ਼ ਹੈ, ਉਹਨਾਂ ਦਾ ਜਿਹੜਾ ਆਪਣਾ ਝੰਡਾ ਹੱਕ ਲਈ ਲੜੇ ਆ, ਹੁਣ ਤੱਕ ਜਿੱਥੇ ਪਹੁੰਚੇ ਆ। ਸੋ ਉਹਨਾਂ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਮਿਲ ਕੇ ਚੱਲਣਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦਾ ਜਿਹੜਾ ਇੱਕ ਨਵਾਂ ਵਾਰਤਾਲਾਪ ਜਿਹੜਾ ਨਿਰਾਸ਼ਾਜਨਕ, ਕੁਛ ਇੱਕ ਬੰਦਿਆਂ ਨੂੰ ਦੂਰ ਕਰ ਦੇਣਾ, ਕੁਛ ਇੱਕ ਬੰਦਿਆਂ ਨੂੰ ਵੱਖ ਕਰ ਦੇਣਾ, ਕੁਛ ਇਸ ਗੱਲ 'ਤੇ ਨਾਰਾਜ਼ ਹੋ ਜਾਣ, ਅਤੇ ਫਾਇਦਾ ਕਿਹਨੂੰ ਹੋਏਗਾ? ਫਾਇਦਾ ਉਹਨਾਂ ਨੂੰ ਹੋਏਗਾ ਜਿਹੜੇ ਚਾਂਦੀਆਂ ਚਲਾ ਰਹੇ, ਜਿਹੜੇ ਰਾਜ 'ਚ ਬੈਠੇ ਆ। ਝੰਡੇ ਵਾਲੀ ਗੱਲ ਤਾਂ ਮੈਨੂੰ ਯਾਦ ਹੈ, ਗੁਰਵਿੰਦਰ ਸਿੰਘ ਜੀ, ਜੀਵਨ ਸਿੰਘ ਉਮਰਾ ਨੰਗਲ ਨੂੰ ਇੱਕ ਵਾਰੀ ਮੈਨੂੰ ਮਿਲਣ ਦਾ ਮੌਕਾ ਮਿਲਿਆ, ਬੜਾ ਚਿਰ ਹੋ ਗਿਆ ਇਸ ਗੱਲ ਨੂੰ ਜੀ। ਪੰਜਾਬ ਕਿਸੇ ਵਾਰ ਦਾ ਜਿਹੜਾ ਫੰਕਸ਼ਨ ਹੁੰਦਾ ਕਿ ਜਿਹੜਾ ਜਿਹੜੇ ਅੱਤਵਾਦ ਦੌਰਾਨ ਲੋਕ ਮਾਰੇ ਗਏ ਜੀ, ਉਹਨਾਂ ਦੇ ਲਈ ਰੱਖਦੇ ਹੁੰਦੇ ਸ਼ਹੀਦੀ ਪਰਿਵਾਰ ਫੰਡ, ਮੈਂ ਕਵਰ ਕਰਨ ਲਈ ਗਿਆ ਜੀ। ਉੱਥੇ ਉਮਰਾ ਨੰਗਲ ਨੂੰ ਨਹੀਂ ਮਿਲ ਪਏ, ਮੈਂ ਉਹਨਾਂ ਨੂੰ ਸਿੱਧਾ ਹੀ ਪੁੱਛਿਆ, ਮੈਂ ਕਿਹਾ ਜੀ ਤੁਸੀਂ ਖਾਲਿਸਤਾਨ ਦਾ ਝੰਡਾ ਨਹੀਂ ਸੀ ਝੁਲਾਇਆ, ਸੱਚਾਈ ਨਹੀਂ ਹੈ? ਉਹਨਾਂ ਨੇ ਕਿਹਾ ਕਿ ਖਾਲਿਸਤਾਨ ਝੰਡਾ ਨਹੀਂ ਸੀਗਾ, ਉਹ ਝੰਡਾ ਸੀ ਪੰਜਾਬ ਦਾ ਝੰਡਾ, ਜਿਵੇਂ ਕੈਨੇਡਾ 'ਚ ਹੁੰਦਾ ਨਾ ਕਿ BC ਦਾ ਝੰਡਾ ਵੱਖਰਾ, ਸਰਕਾਰ ਦਾ ਵੱਖਰਾ। ਮੈਂ ਚਾਹੁੰਦਾ ਉਸ ਤਰ੍ਹਾਂ ਹਰ ਇੱਕ ਸੂਬੇ ਦੇ ਆਪਣੇ ਝੰਡੇ ਹੋਣ। ਗੱਲ ਨੂੰ ਇਹ ਕਹਿ ਕੇ ਉਹਨਾਂ ਨੇ ਟਾਲ ਗਏ ਉਹ, ਪਰ ਗੱਲ ਵਿੱਚ ਵਜ਼ਨ ਇਸ ਪੱਖੋਂ ਸੀਗਾ ਕਿ ਜਿਹੜੇ ਅੱਜ ਫੈਡਰਲ ਢਾਂਚੇ ਦੀ ਗੱਲ ਕਰਦੇ ਆ, ਹਾਂਜੀ, ਐਕਚੁਅਲੀ ਜੇ ਉਹਨੂੰ ਲਾਗੂ ਕਰ ਲਿਆ ਜਾਵੇ, ਹਰ ਇੱਕ ਸੂਬੇ ਨੂੰ ਇੱਕ ਮੌਕਾ ਦਿੱਤਾ ਜਾਵੇ ਕਿ ਤੁਸੀਂ ਆਪਣਾ ਝੰਡਾ, ਆਪਣਾ ਕੋਈ ਇੱਕ ਚਿੰਨ੍ਹ ਚੱਕ ਲਓ ਜੀ, ਤੁਹਾਨੂੰ ਵੱਧ ਤੋਂ ਵੱਧ ਅਧਿਕਾਰ ਦਿੰਦੇ ਆ, ਤੇ ਕਈ ਮਸਲੇ ਹੱਲ ਹੋ ਸਕਦੇ। ਬਿਲਕੁਲ ਸਹੀ। ਕਸ਼ਮੀਰ ਦਾ ਆਪਣਾ ਝੰਡਾ ਸੀ, ਪਰ ਹੁਣ ਤਾਂ ਕਸ਼ਮੀਰ 'ਚ ਧਾਰਾ 70 ਤੋੜ ਕੇ ਉਹਦਾ ਜਿਹੜੇ ਖੁਦ ਮੁਖਤਾਰੀ ਵੀ ਖਤਮ ਕਰ ਦਿੱਤੀ ਗਈ। ਸੋ ਇਹੋ ਜਿਹੇ ਹਾਲਾਤ ਵਿੱਚ ਸਾਨੂੰ ਵੰਨ-ਸੁਵੰਨਤਾ ਵੱਲ ਨੂੰ ਜਾਣਾ ਪਊਗਾ। ਤਿਰੰਗੇ ਨੂੰ ਸਲਾਮੀ ਕਰਕੇ ਜਨਸੰਖਿਆ ਨੂੰ, ਬਹੁਗਿਣਤੀਵਾਦੀ ਨੂੰ ਖੁਸ਼ ਕਰਨ ਨਾਲ ਕੋਈ ਮਸਲਾ ਨਹੀਂ ਹੱਲ ਹੋਣ ਲੱਗਾ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਹਾਰਦਿਕ ਧੰਨਵਾਦ ਜੀ। ਮਿਹਰਬਾਨੀ ਜੀ। ਅਖੀਰ 'ਚ ਜਿਹੜਾ ਪਹਿਲਾ ਪ੍ਰੋਗਰਾਮ ਜਿਸ ਦੇ ਵਿੱਚ ਬਾਬਾ ਸੋਹਣ ਸਿੰਘ ਪਕਨਾ, ਉਸ ਦੇ ਨਾਲ ਕੈਨੇਡਾ ਦੇ ਨਾਲ ਜੋ ਭਾਰਤੀ ਕਿਸਾਨ ਸੰਘਰਸ਼ ਦੀ ਗੱਲ ਕੀਤੀ, ਉਸ ਨੂੰ ਸਮੇਟਦੇ ਹਾਂ ਕਿ ਆਓ ਇਕਮੁੱਠ ਹੋ ਕੇ ਇਸ ਦੇ ਵਿੱਚ ਡਟੀਏ। ਯੂਨਾਈਟਿਡ ਸਟੇਟਸ ਆਫ ਇੰਡੀਆ ਜਿਹੜਾ ਵੰਨ-ਸੁਵੰਨਤਾ ਦਾ ਬਾਬਾ ਸੋਹਣ ਸਿੰਘ ਪਕਨਾ ਵਰਗਿਆਂ ਨੇ ਸੋਚਿਆ ਸੀ, ਉਸ ਨੂੰ ਇੱਕ ਖਾਸ ਸੋਚ ਦੇ ਅਨੁਸਾਰ ਨਾ ਬੰਨੀਏ, ਅਤੇ ਜਿਹੜੀ ਪ੍ਰੇਰਨਾ ਸਾਨੂੰ ਆਪਣੇ ਵਿਰਸੇ ਤੋਂ ਮਿਲਦੀ ਹੈ ਉਸ ਤੋਂ ਮੂੰਹ ਨਾ ਮੋੜੀਏ। ਅਤੇ ਰਹੀ ਗੱਲ ਤਿਰੰਗੇ ਦੀ, ਡਾਕਟਰ ਸੁਰਜੀਤ ਪਾਤਰ ਦੇ ਸ਼ਬਦਾਂ ਨਾਲ ਅੱਜ ਦਾ ਪ੍ਰੋਗਰਾਮ ਸਮੇਟਦੇ ਹਾਂ। ਧੀਆਂ ਦੇ ਵਸੇਵੇ ਲਈ ਬਾਪੂ ਦੇਸ਼ ਛੱਡਿਆ, ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ, ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ, ਡੂੰਘਾ ਮੇਰੀ ਹਿੱਕ ਤੇ ਤਿਰੰਗਾ ਗਿਆ ਗੱਡਿਆ। ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ, ਡੂੰਘਾ ਮੇਰੀ ਹਿੱਕ ਤੇ ਤਿਰੰਗਾ ਗਿਆ ਗੱਡਿਆ। ਝੁੱਲ ਉਹ ਤਿਰੰਗਿਆ ਤੂੰ ਝੁੱਲ ਸਾਡੀ ਖੈਰ ਏ, ਝੁੱਲ ਉਹ ਤਿਰੰਗਿਆ ਤੂੰ ਝੁੱਲ ਸਾਡੀ ਖੈਰ ਏ। ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਪੈੜ ਏ। ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।